ਸਾਹਿਬ ਜੀ ਤੇਰੀ ਸ਼ਰਨ ਮੇਰੇ ਦੀਨ ਦਿਆਲਾ, ਸੁਖ ਸਾਗਰ ਮੇਰੇ ਗੁਰ ਗੋਪਾਲਕ, ਕਰ ਕਿਰਪਾ ਨਾਨਕ ਗੁਣ ਗਾਵੇ। ਰੱਖੋ ਸਰਮ ਅਸਾੜੀ ਜੀਓ, ਕਰ ਕਿਰਪਾ ਨਾਨਕ ਗੁਣ ਗਾਵੇ। ਰੱਖੋ ਸਰਮ ਅਸਾੜੀ ਜੀਓ। ਸਤਨਾਮ। ਧੰਨ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਸਾ ਸ੍ਰੀ ਕਬੀਰ ਜੀਓ ਕੇ ਚੌਪਦੇ ਇਕ ਤੁਕੇ। ਸਨਕ ਸਨੰਦ ਅੰਤ ਨਹੀਂ ਪਾਇਆ। ਵੇਦ ਪੜ੍ਹੇ ਪੜ੍ਹ ਬ੍ਰਹਮੇ ਜਨਮ ਗਵਾਇਆ। ਸਨਕ ਸਨੰਦ ਅੰਤ ਨਹੀਂ ਪਾਇਆ। ਵੇਦ ਪੜ੍ਹੇ ਪੜ੍ਹ ਬ੍ਰਹਮੇ ਜਨਮ ਗਵਾਇਆ। ਹਰ ਕਾ ਬਿਲੋਬ ਨ ਬਿਲੋਬੋ ਮੇਰੇ ਭਾਈ। ਸਹਿਜ ਬਿਲੋਬੋ ਜੈਸੇ ਤਤ ਨ ਜਾਈ। ਰਹਾਉ ਤਨ ਕਰ ਮਟਕੀ ਮਨ ਮਾਹੇ ਬਿਲੋਈ। ਇਸ ਮਟਕੀ ਮਹਿ ਸ਼ਬਦ ਸੰਜੋਈ। ਹਰ ਕਾ ਬਿਲੋਬ ਨਾ ਮਨ ਕਾ ਵਿਚਾਰਾ। ਗੁਰ ਪ੍ਰਸਾਦ ਪਾਵੈ ਅੰਮ੍ਰਿਤ ਧਾਰਾ। ਕਹੋ ਕਬੀਰ ਨਦਰ ਕਰੇ ਜੇ ਮੀਰਾ। ਰਾਮ ਨਾਮ ਲਗ ਉਤਰੇ ਤੀਰਾ। ਕਹੋ ਕਬੀਰ ਨਦਰ ਕਰੇ ਜੇ ਮੀਰਾ। ਰਾਮ ਨਾਮ ਲਗ ਉਤਰੇ ਤੀਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗਹੁ ਜੁਗ ਅਟਲ ਸ਼ਬਦ ਗੁਰੂ ਬਾਣੀ ਕੇ ਬੋਹਿਤ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਵਿੱਚ ਸੁਭਾਇਮਾਨ ਹੋਏ ਬੈਠੇ ਗੁਰੂ ਪਿਆਰੇ, ਗੁਰੂ ਸਵਾਰੇ, ਸਤਸੰਗੀ ਜਨੋ,
ਗੁਰੂ ਪਿਤਾ ਜੀ ਦੀ ਅਪਾਰ ਕਿਰਪਾ ਸਦਕਾ ਭਗਤਾਂ ਦੀ ਅੰਮ੍ਰਿਤ ਬਾਣੀ ਨੂੰ ਵਿਚਾਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਅੱਜ ਦਾ ਇਹ ਪਾਵਨ ਸ਼ਬਦ ਆਸਾ ਰਾਗ ਦੇ ਵਿੱਚ ਉਚਾਰਨ ਕੀਤਾ ਹੋਇਆ ਭਗਤ ਕਬੀਰ ਸਾਹਿਬ ਜੀ ਦਾ 10ਵਾਂ ਸ਼ਬਦ ਹੈ। ਪਾਵਨ ਅੰਕ 478 ਦੇ ਉੱਤੇ ਇਹ ਦਰਗਾਹੀ ਬੋਲ ਦਰਜ ਹਨ। ਇਸ ਸ਼ਬਦ ਦੇ ਵਿੱਚ ਪ੍ਰਭੂ ਦੇ ਸਿਮਰਨ ਦੀ ਗੱਲ, ਉਸ ਨੂੰ ਯਾਦ ਕਰਨ ਦਾ ਤਰੀਕਾ ਦੱਸਿਆ ਗਿਆ ਹੈ ਕਿ ਰੱਬ ਨੂੰ ਕਿਵੇਂ ਚੇਤੇ ਕਰੀਏ, ਕਿਵੇਂ ਸਿਮਰੀਏ। ਸੋ ਆਓ, ਜਿਸ ਤਰ੍ਹਾਂ ਭਗਤ ਕਬੀਰ ਸਾਹਿਬ ਜੀ ਸਾਰੀ ਮਾਨਵਤਾ ਨੂੰ ਇਹ ਗਿਆਨ ਆਪਣੇ ਰਾਹੀਂ ਜੋ ਰੂਹਾਨੀ ਗਿਆਨ ਪ੍ਰਗਟ ਹੋਇਆ ਉਹਨਾਂ ਦੀ ਰਚਨਾ ਤੋਂ, ਉਹਨਾਂ ਨੇ ਇਹ ਵਿਚਾਰਧਾਰਾ ਮਨੁੱਖਤਾ ਦੇ ਸਮਕਸ਼ ਅਰਪਣ ਕੀਤੀ ਤਾਂ ਕਿ ਸਾਰੀ ਮਨੁੱਖਤਾ ਇਸ ਵਿਚਾਰਧਾਰਾ ਦੇ ਰਾਹੀਂ ਉਸ ਪ੍ਰਭੂ ਦੇ ਮਿਲਾਪ ਦੀ ਜੁਗਤ ਸਿੱਖ ਸਕੇ। ਕਿਉਂਕਿ ਮਨੁੱਖੀ ਜੀਵਨ ਦਾ ਜਾਂ ਇਨਸਾਨੀ ਜਾਮੇ ਦਾ ਮਨੋਰਥ ਹੈ ਪ੍ਰਭੂ ਮਿਲਾਪ। ਆਦਿ ਕਾਲ ਤੋਂ ਬੇਅੰਤੀ ਲੋਕ ਵੱਖ-ਵੱਖ ਤਰੀਕਿਆਂ ਨਾਲ ਪ੍ਰਭੂ ਮਿਲਾਪ ਦੇ ਸਾਧਨ ਜੁਟਾਉਂਦੇ ਰਹੇ ਹਨ। ਅੱਜ ਵੀ ਆਪੋ ਆਪਣੇ ਤਰੀਕੇ ਨਾਲ ਪ੍ਰਭੂ ਮਿਲਾਪ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਪਰ ਰੱਬ ਦਾ ਮਿਲਾਪ ਕਿਵੇਂ ਸਾਨੂੰ ਹਾਸਲ ਹੋ ਸਕਦਾ ਹੈ, ਕਬੀਰ ਸਾਹਿਬ ਸ਼ਬਦ ਦੇ ਰਾਹੀਂ ਕਿਰਪਾ ਕਰ ਰਹੇ ਹਨ। ਸੋ ਜਿਤਨੀਆਂ ਵੀ ਸੰਗਤਾਂ ਇਸ ਪ੍ਰੋਗਰਾਮ ਨੂੰ ਦੇਖ ਰਹੀਆਂ ਹਨ, ਹਾਜ਼ਰੀਆਂ ਭਰ ਰਹੀਆਂ ਹਨ, ਸਾਰੀਆਂ ਸੰਗਤਾਂ ਵੱਡੇ ਭਾਗਾਂ ਵਾਲੀਆਂ ਹਨ। ਕਿਉਂਕਿ ਸ਼ਬਦ ਨੇ ਸਾਡੇ ਜੀਵਨ ਨੂੰ ਤਬਦੀਲ ਕਰਨਾ ਹੈ ਔਰ ਸ਼ਬਦ ਸੁਣ ਕੇ ਹੀ ਸਾਡੇ ਅੰਦਰ ਜਾਣਾ ਹੈ। ਜਦੋਂ ਸੁਣਾਂਗੇ, ਉਸ ਨੂੰ ਵਿਚਾਰਾਂਗੇ, ਸਮਝਾਂਗੇ, ਫਿਰ ਸਾਡੇ ਆਤਮਿਕ ਜੀਵਨ ਦੇ ਵਿੱਚ ਤਬਦੀਲੀ ਆਵੇਗੀ। ਸੋ ਮਨੋਬਿਰਤੀਆਂ ਇਕਾਗਰ ਕਰੋ, ਸਾਹਿਬਾਂ ਨੂੰ ਝੁਕਾਓ ਸੀਸ, ਪਿਆਰ ਨਾਲ ਗੁਰਮੰਤਰ ਦੀ ਸਾਧਨ ਕਰੋ। ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ। ਹਿਰ ਕਰੋ ਕਿਰਪਾ ਸਤਿਨਾਮ ਸ੍ਰੀ ਵਾਹਿਗੁਰੂ। ਇਸ ਪਾਵਨ ਸ਼ਬਦ ਦਾ ਜੋ ਸਿਰਲੇਖ ਹੈ, ਇੱਕ ਓੰਕਾਰ ਸਤਿਗੁਰ ਪ੍ਰਸਾਦ ਮੰਗਲਾ ਚਰਨ ਹੈ। ਅਕਾਲ ਪੁਰਖ ਇੱਕ ਹੈ, ਸਾਰਿਆਂ ਦੇ ਵਿੱਚ ਇੱਕ ਰਸ ਵਿਆਪਕ ਹੈ। ਸਤਿਗੁਰੂ ਦੀ ਕਿਰਪਾ ਦੇ ਰਾਹੀਂ ਉਸ ਦੀ ਪ੍ਰਾਪਤੀ ਹੁੰਦੀ ਹੈ। ਆਸਾ ਸ੍ਰੀ ਕਬੀਰ ਜੀਓ ਕੇ ਆਸਾ ਰਾਗ ਹੈ। ਸ੍ਰੀ ਕਬੀਰ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਚੌਪਦੇ, ਇਸ ਦਾ ਅਰਥ ਹੈ ਕਿ 4 ਪਦਿਆਂ ਦਾ ਇਹ ਸ਼ਬਦ ਹੈ। ਇੱਕ ਤੁਕੇ ਤੇ ਇੱਕ ਤੁਕ ਵਾਲਾ ਇਹ ਸ਼ਬਦ ਹੈ। ਇਸ ਸ਼ਬਦ ਦਾ ਕੇਂਦਰੀ ਭਾਵ ਹੈ ਹਰ ਕਾ ਬਿਲੋਬਨਾ, ਬਿਲੋਬੋ ਮੇਰੇ ਭਾਈ, ਸਹਿਜ ਬਿਲੋਬੋ ਜੈਸੇ ਤਤ ਨਾ ਜਾਈ। ਰਾਹੋ, ਰਾਹੋ ਦਾ ਅਰਥ ਹੁੰਦਾ ਹੈ ਕਿ ਜੋ ਵੀ ਬਾਣੀ ਅਸੀਂ ਪੜ੍ਹ ਰਹੇ ਹਾਂ, ਉਸ ਸ਼ਬਦ ਦਾ ਕੇਂਦਰੀ ਭਾਵ ਆਓ ਕਿ ਜਿਹੜਾ ਕੇਂਦਰੀ ਭਾਵ ਹੁੰਦਾ ਹੈ, ਬਾਕੀ ਦੀ ਜਿਹੜੀ ਵਿਚਾਰ ਹੈ ਜਾਂ ਬਾਕੀ ਦੇ ਜਿਹੜੇ ਪਦੇ ਹੁੰਦੇ ਹਨ ਸ਼ਬਦ ਦੇ, ਉਸ ਰਾਹੋ ਵਾਲੀ ਪੰਕਤੀਆਂ ਦੀ ਪਰਿਕਰਮਾ ਕਰ ਰਹੇ ਹੁੰਦੇ ਹਨ, ਭਾਵ ਕਿ ਉਸੇ ਵਿਚਾਰ ਨੂੰ ਅੱਗੇ ਦਰਸਾ ਰਹੇ ਹੁੰਦੇ ਹਨ। ਇਸੇ ਵਿਚਾਰਧਾਰਾ ਨੂੰ ਸਾਰੇ ਸ਼ਬਦ ਵਿੱਚ ਕਬੀਰ ਸਾਹਿਬ ਜੀ ਨੇ ਖੋਲ੍ਹ ਕੇ ਦੱਸਿਆ। ਆਖਣ ਲੱਗੇ ਹਰ ਕਾ ਬਿਲੋਬ ਨਾ, ਬਿਲੋਬ ਮੇਰੇ ਭਾਈ।
ਆਖਣ ਲੱਗੇ, ਹੇ ਮੇਰੇ ਵੀਰ, ਹੇ ਮੇਰੇ ਭਰਾ, ਕਹਿੰਦੇ ਹਰੀ ਪਰਮਾਤਮਾ ਦਾ ਸਿਮਰਨ ਕਰੋ, ਉਸ ਦੇ ਨਾਮ ਨੂੰ ਬਿਲੋਵੋ। ਹਰ ਕਾ ਬਿਲੋਵਨਾ ਪਾਉ ਰਿੜਕਣਾ। ਬਿਲੋਵੋ ਮੇਰੇ ਭਾਈ, ਹਰੀ ਦੇ ਪਰਮਾਤਮਾ ਨੂੰ ਬਿਲੋਵੋ, ਪਾਉ ਰਿੜਕੋ। ਉਦਾਹਰਨ ਦਿੱਤੀ ਹੈ ਇਸ ਤਰ੍ਹਾਂ, ਜਿਵੇਂ ਕਿ ਦੁੱਧ ਨੂੰ ਮੁੜ ਮੁੜ ਚੋਖਾ ਰਿੜਕਿਆ ਜਾਂਦਾ ਹੈ। ਪੁਰਾਤਨ ਸਮਾਂ ਸੀ ਕਿ ਜਦੋਂ ਸਵੇਰ ਹੋਣੀ, ਚਾਟੀ ਦੇ ਵਿੱਚ ਦਹੀਂ ਪਾ ਲੈਣਾ ਅਤੇ ਮਾਈਆਂ ਨੇ ਸਵੇਰੇ ਰਿੜਕਣ ਵਾਸਤੇ ਬਹਿ ਜਾਣਾ, ਔਰ ਜਿੰਨਾ ਚਿਰ ਮੱਖਣ ਨਹੀਂ ਸੀ ਆਉਂਦਾ ਰਿੜਕੀ ਜਾਣਾ। ਕਿਉਂਕਿ ਮੱਖਣ ਨਾ ਆਉਣ ਦੇ ਕਈ ਕਾਰਨ ਹੁੰਦੇ ਸਨ। ਕਈ ਵਾਰੀ ਦਹੀਂ ਔਰ ਜਿਹੜੀ ਮਲਾਈ ਹੁੰਦੀ ਸੀ ਉਹ ਗਰਮ ਹੁੰਦੀ ਸੀ ਤਾਂ ਉਹ ਮੱਖਣ ਨਹੀਂ ਸੀ ਬਣਦਾ। ਕਈ ਵਾਰੀ ਜ਼ਿਆਦਾ ਠੰਡੀ ਹੋ ਜਾਂਦੀ ਸੀ ਤਾਂ ਵੀ ਮੱਖਣ ਨਹੀਂ ਸੀ ਬਣਦਾ। ਉਸ ਨੂੰ ਬਰਾਬਰ ਕੀਤਾ ਜਾਂਦਾ ਸੀ, ਭਾਵ ਕਿ ਇਤਨਾ ਨਾ ਜ਼ਿਆਦਾ ਗਰਮ ਹੋਵੇ ਨਾ ਠੰਡਾ ਹੋਵੇ। ਅਤੇ ਜੇ ਮਾਈਆਂ ਨੂੰ ਪਤਾ ਲੱਗ ਜਾਂਦਾ ਸੀ, ਘਰ ਦੇ ਵੱਡਿਆਂ ਜਿਹੜੇ ਕਿ ਦੁੱਧ ਰਿੜਕਦੇ ਸਨ, ਕਿ ਮੱਖਣ ਨਹੀਂ ਆ ਰਿਹਾ, ਵੀ ਅੱਜ ਦੁੱਧ ਗਰਮ ਰਹਿ ਗਿਆ, ਦਹੀਂ ਗਰਮ ਸੀ, ਜਾਂ ਜ਼ਿਆਦਾ ਠੰਡਾ ਹੋ ਗਿਆ। ਇਸ ਕਰਕੇ ਜੇ ਠੰਡਾ ਹੋਣਾ ਤਾਂ ਗਰਮ ਪਾਣੀ ਪਾ ਲੈਣਾ, ਜੇ ਜ਼ਿਆਦਾ ਗਰਮ ਹੋਣਾ ਤਾਂ ਠੰਡਾ ਪਾਣੀ ਪਾ ਲੈਣਾ। ਨਾਲ ਨਾਲ ਜਦੋਂ ਰਿੜਕਣਾ ਤਾਂ ਬੜਾ ਸਬਰ ਹੁੰਦਾ ਸੀ, ਕਈ ਕਈ ਘੰਟੇ ਰਿੜਕੀ ਜਾਣਾ। ਉਹ ਜਿਤਨਾ ਸਹਿਜ ਵਿੱਚ ਰਿੜਕਿਆ ਜਾਂਦਾ ਸੀ, ਉਸਦੇ ਨਾਲ ਮੱਖਣ ਜਿਹੜਾ ਸੀ ਉਹ ਚੋਖਾ ਪ੍ਰਾਪਤ ਹੋ ਜਾਂਦਾ ਸੀ। ਚੋਖਾ ਦਾ ਅਰਥ ਹੁੰਦਾ ਬਹੁਤ ਜ਼ਿਆਦਾ ਪ੍ਰਾਪਤ ਹੋ ਜਾਣਾ। ਜਿਸ ਤਰ੍ਹਾਂ ਕਹਿ ਲਵਾਂ ਕਿ ਸਾਰਾ ਮੱਖਣ ਬਾਹਰ ਇੱਕ ਪਾਸੇ ਹੋ ਜਾਂਦਾ ਸੀ, ਉਸ ਲੱਸੀ ਦੇ ਵਿੱਚ ਮੱਖਣ ਨਹੀਂ ਸੀ ਰਹਿੰਦਾ। ਭਗਤ ਕਬੀਰ ਸਾਹਿਬ ਜੀ ਨੇ ਅੱਜ ਇਹ ਉਦਾਹਰਨ ਦੇ ਕੇ ਕਿ ਜਿਵੇਂ ਦੁੱਧ ਨੂੰ ਮੁੜ ਮੁੜ ਚੋਖਾ ਚਿਰ ਰਿੜਕਣਾ ਪੈਂਦਾ ਹੈ, ਇਸ ਤਰ੍ਹਾਂ ਹੀ ਪਰਮਾਤਮਾ ਦੀ ਮੁੜ ਮੁੜ ਯਾਦ ਅਸੀਂ ਆਪਣੇ ਮਨ ਵਿੱਚ ਵਸਾਣੀ ਹੈ। ਮੁੜ ਮੁੜ ਪਰਮਾਤਮਾ ਦਾ ਸਿਮਰਨ ਕਰੋ। ਪਰ ਮਨੁੱਖ ਨੂੰ ਜਦੋਂ ਅਸੀਂ ਦੇਖਦੇ ਹਾਂ, ਮਨੁੱਖ ਹਰ ਇੱਕ ਚੀਜ਼ ਦੀ ਪ੍ਰਾਪਤੀ ਵਾਸਤੇ ਬੜੀ ਕਾਹਲੀ ਕਰਦਾ ਹੈ। ਭਾਵੇਂ ਦੁਨੀਆ ਵਿਗਿਆਨ ਦੀ ਗੱਲ ਹੋਵੇ, ਉਸਤਾਦ ਕੋਲ ਜਾ ਕੇ ਕੁਝ ਸਿੱਖਣਾ ਹੋਵੇ, ਬੰਦਾ ਸੋਚਦਾ ਬਸ ਇੱਕ ਦਿਨ ਦੇ ਵਿੱਚ ਸਾਰੀਆਂ ਚੀਜ਼ਾਂ ਪ੍ਰਾਪਤ ਹੋ ਜਾਣ। ਭਾਵੇਂ ਉਹ ਬੱਚਾ ਹੈ, ਭਾਵੇਂ ਉਹ ਵੱਡਾ ਹੈ। ਮਨੁੱਖ ਦੇ ਜੀਵਨ ਵਿੱਚ ਸਹਿਜ ਨਹੀਂ ਹੈ ਵੀ ਸਹਿਜ ਸਹਿਜ ਮੈਨੂੰ ਇਹ ਚੀਜ਼, ਇਹ ਗਿਆਨ ਹਾਸਲ ਹੋ ਜਾਏ। ਉਹ ਛੇਤੀ ਨਾਲ ਸਭ ਕੁਝ ਪ੍ਰਾਪਤ ਕਰਨਾ ਚਾਹੁੰਦਾ ਹੈ। ਹਰ ਕੰਮ ਜੋ ਵੀ ਸਿੱਖਣਾ ਚਾਹੁੰਦਾ, ਬਸ ਸੋਚਦਾ ਵੀ ਇੱਕ ਦਿਨ ਦੇ ਵਿੱਚ ਇਹ ਕੰਮ ਮੈਂ ਸਿੱਖ ਜਾਵਾਂ। ਇਸ ਤਰ੍ਹਾਂ ਹੀ ਰੱਬ ਦੀ ਪ੍ਰਾਪਤੀ, ਰੱਬ ਦਾ ਮਿਲਾਪ ਵੀ ਮਨੁੱਖ ਇਹ ਚਾਹੁੰਦਾ ਹੈ ਵੀ ਬਸ ਕੁਛ ਸਮੇਂ ਦੇ ਵਿੱਚ ਮੈਨੂੰ ਰੱਬ ਦੀ ਪ੍ਰਾਪਤੀ ਹੋ ਜਾਏ। ਕਿਉਂਕਿ ਮਨੁੱਖ ਦੇ ਵਿੱਚ ਸਹਿਜ ਨਹੀਂ ਹੈ, ਸੰਤੋਖ ਨਹੀਂ ਹੈ, ਸਬਰ ਨਹੀਂ ਹੈ, ਟਿਕਾਊ ਨਹੀਂ ਹੈ। ਇਹ ਕਾਹਲੀ ਦੇ ਨਾਲ ਰੱਬ ਨੂੰ ਪ੍ਰਾਪਤ ਕਰਨਾ ਚਾਹੁੰਦਾ। ਇਸ ਕਰਕੇ ਅਸੀਂ ਦੇਖਦੇ ਹਾਂ ਛੇਤੀ ਪ੍ਰਾਪਤੀ ਵਾਸਤੇ ਲੋਕਾਂ ਨੇ ਬਹੁਤ ਸਾਰੇ ਸਿਮਰਨ ਦੇ ਤਰੀਕੇ ਬਣਾ ਲਏ। ਕੋਈ ਬਹੁਤ ਉੱਚੀ ਉੱਚੀ ਰੌਲਾ ਪਾ ਰਹੇ ਹਨ, ਕੋਈ ਹੋਰ ਤਰੀਕੇ ਦੇ ਨਾਲ ਆਪਣੀ ਸਿਮਰਨ ਦੀ ਵਿਧੀ ਵਿਧਾਨ ਲੋਕਾਂ ਨੂੰ ਦੱਸ ਰਹੇ ਹਨ ਵੀ ਇਸ ਤਰ੍ਹਾਂ ਸਿਮਰਨ ਕਰਨਾ ਚਾਹੀਦਾ, ਇਸ ਤਰ੍ਹਾਂ ਸਿਮਰਨ ਕਰਨਾ ਚਾਹੀਦਾ। ਸਿਮਰਨ ਦਾ ਇਹ ਤਰੀਕਾ ਹੈ, ਇਹ ਬੈਸਟ ਤਰੀਕਾ ਹੈ। ਪਰ ਹੈਰਾਨੀ ਦੀ ਗੱਲ ਕਿ ਜਿਹੜੇ ਦੱਸਣ ਵਾਲੇ ਉਹ ਵੀ ਕਿਤੇ ਜੀਵਨ ਵਿੱਚ ਕੋਈ ਉਚਾਈਆਂ ਨੂੰ ਛੂਹਣ ਕਿਤੇ ਨਜ਼ਰ ਨਹੀਂ ਆ ਰਿਹਾ। ਔਰ ਜਿਹੜੇ ਸਿਮਰਨ ਨੂੰ ਕਰਨ ਵਾਲੇ ਨੇ ਉਹਨਾਂ ਦੇ ਜੀਵਨ ਵਿੱਚ ਵੀ ਕੋਈ ਐਸੀ ਪ੍ਰਾਪਤੀ ਨਜ਼ਰ ਨਹੀਂ ਆ ਰਹੀ। ਕਿਉਂਕਿ ਜਦੋਂ ਸਮਾਜ ਦੇ ਵਿੱਚ ਵਿਚਰਦੇ ਹਾਂ, ਗੁਰਬਾਣੀ ਪੜ੍ਹ ਕੇ ਵਿਚਾਰ ਕੇ, ਅਤੇ ਬਹੁਤ ਸਾਰੇ ਲੋਕਾਂ ਦੇ ਸਵਾਲ ਹੁੰਦੇ ਹਨ। ਕੋਈ ਕਹਿੰਦਾ ਅਸੀਂ ਸਿਮਰਨ ਕਰਦੇ ਹਾਂ, ਸਾਡੇ ਮੱਥੇ 'ਚ ਦਰਦ ਹੋਣ ਲੱਗ ਪੈਂਦਾ ਹੈ। ਕੋਈ ਕੁਛ ਹੋਰ ਗੱਲ ਕਰਦਾ ਹੈ। ਕੋਈ ਕਹਿੰਦਾ ਸਾਡਾ ਮਨ ਨਹੀਂ ਟਿਕਦਾ। ਬਹੁਤ ਸਾਰੀਆਂ ਚੀਜ਼ਾਂ ਅਸੀਂ ਦੇਖਦੇ ਹਾਂ ਕਿ ਲੋਕਾਂ ਦੇ ਸਾਹਮਣੇ ਇਹ ਬਹੁਤ ਸਾਰੇ ਸਵਾਲ ਨੇ ਇਸ ਤਰ੍ਹਾਂ ਦੇ, ਜਦੋਂ ਕਿ ਅਸੀਂ ਸਮਾਜ 'ਚ ਵਿਚਰਦੇ ਹਾਂ। ਕਿਉਂਕਿ ਸਾਡਾ ਸਿਮਰਨ ਜਾਂ ਸਾਡਾ ਧਿਆਨ, ਸਾਡੀ ਯਾਦ
ਅਸੀਂ ਸਾਰਾ ਜ਼ੋਰ ਜਿਹੜਾ ਹੈ ਉਹ ਕਿਸੇ ਖਾਸ ਚੀਜ਼ ਦੇ ਉੱਤੇ ਦਿੱਤਾ ਹੋਇਆ ਹੈ। ਜਿਸ ਤਰ੍ਹਾਂ ਕਹਿ ਲਵਾਂ ਕਿਸੇ ਖਾਸ ਤਸਵੀਰ ਨੂੰ ਅਸੀਂ ਫੜਨ ਦਾ ਯਤਨ ਕਰਦੇ ਹਾਂ, ਕੋਈ ਗੁਰੂ ਨਾਨਕ ਦੀ ਫੋਟੋ ਨੂੰ ਫੜਨ ਦਾ ਯਤਨ ਕਰਦਾ ਹੈ ਅਤੇ ਕੋਈ ਜਿਸ ਨੂੰ ਮੰਨਦਾ ਹੈ ਉਸ ਦੀ ਫੋਟੋ ਨੂੰ ਆਪਣੇ ਇੱਥੇ ਟਿਕਾਣਾ ਚਾਹੁੰਦਾ ਹੈ ਔਰ ਉਸ ਦਾ ਨਾਮ ਸਿਮਰਨ ਸਮਝ ਲੈਂਦਾ ਵੀ ਸ਼ਾਇਦ ਅਸੀਂ ਰੱਬ ਨੂੰ ਯਾਦ ਕੀਤਾ। ਔਰ ਇਹੀ ਸਾਡੇ ਸਿਰਦਰਦੀ ਦਾ ਕਾਰਨ ਵੀ ਹੈ, ਕਿਉਂਕਿ ਕਿਸੇ ਅਕਸ ਨੂੰ ਖਿੱਚ ਕੇ ਅਸੀਂ ਆਪਣੀ ਮਤ ਕੋਲ ਲੈ ਕੇ ਜਾਵਾਂਗੇ, ਆਪਣੀ ਬੁੱਧ ਕੋਲ ਲੈ ਕੇ ਜਾਵਾਂਗੇ ਔਰ ਜ਼ਿਆਦਾ ਇਕਾਗਰ ਹੋਵਾਂਗੇ ਅਤੇ ਉਤਨਾ ਹੀ ਸਾਡੀ ਮਤ ਜਿਹੜੀ ਹੈ ਉਹਦੇ ਵਿੱਚ ਦਰਦ ਹੋਵੇਗਾ। ਔਰ ਵੈਸੇ ਵੀ ਰੱਬ ਦੀ ਜੀ ਪ੍ਰਾਪਤੀ, ਉਹਦਾ ਸਿਮਰਨ, ਉਹਦੀ ਯਾਦ ਜਿਸ ਤਰ੍ਹਾਂ ਅਸੀਂ ਲੋਕ ਕਰ ਰਹੇ ਹਾਂ, ਕਿਸੇ ਫੋਟੋ ਨੂੰ ਲਿਜਾ ਕੇ, ਕਿਸੇ ਲਿਖੇ ਹੋਏ ਅੱਖਰ ਨੂੰ ਲਿਜਾ ਕੇ ਜਾਂ ਕਿਸੇ ਹੋਰ ਤਰੀਕੇ ਦੇ ਨਾਲ, ਅਤੇ ਰੱਬ ਇਸ ਤਰ੍ਹਾਂ ਦਾ ਨਹੀਂ ਹੈ। ਇਹ ਸਮਝਣਾ ਬੜਾ ਲਾਜ਼ਮੀ ਅਤੇ ਜ਼ਰੂਰੀ ਹੈ ਔਰ ਸਮਝਣ ਦਾ ਸਬਜੈਕਟ ਹੈ ਕਿ ਅਸਲ ਸਿਮਰਨ ਕਿਸ ਤਰੀਕੇ ਨਾਲ, ਕਿਸ ਢੰਗ ਦੇ ਨਾਲ ਹੋਵੇ। ਸਿਮਰਨ ਦਾ ਅਰਥ ਹੈ ਉਸਦੇ ਰੱਬੀ ਗੁਣਾਂ ਨੂੰ ਯਾਦ ਕਰਨਾ, ਕਿਉਂਕਿ ਉਹਦਾ ਕੋਈ ਅਕਸ ਹੈ ਨਹੀਂ ਹੈ। ਉਸ ਅਕਾਲ ਪੁਰਖ ਵਾਹਿਗੁਰੂ ਬਾਬਤ ਸਤਿਗੁਰ ਕਹਿੰਦੇ ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹੀਂ ਜੇ, ਉਹਦਾ ਕੋਈ ਚੱਕਰ ਚਿੰਨ੍ਹ ਹੈ ਹੀ ਨਹੀਂ ਹੈ। ਅਤੇ ਕਿਹੜੇ ਅਕਸ ਨੂੰ ਤੁਸੀਂ ਆਪਣੇ ਮਤ ਕੋਲ ਲੈ ਕੇ ਜਾਓਗੇ, ਕਿਹੜਾ ਅਕਸ ਖਿੱਚ ਕੇ ਲਗਾਓਗੇ, ਕਿਹੜੀ ਫੋਟੋ ਤੁਸੀਂ ਉਹਦੇ ਵਿੱਚ ਆਪਣੇ ਮਨ ਨੂੰ ਜਾਂ ਆਪਣੀ ਬਿਰਤੀ ਨੂੰ ਜੋੜਨ ਦਾ ਯਤਨ ਕਰੋਗੇ, ਕਿਉਂਕਿ ਇਸ ਤਰ੍ਹਾਂ ਹੋ ਨਹੀਂ ਸਕਦਾ ਜਿਸ ਤਰ੍ਹਾਂ ਲੋਕ ਕਰ ਰਹੇ ਹਨ। ਕਿਉਂਕਿ ਬਹੁਤ ਸਾਰੇ ਲੋਕਾਂ ਦੇ ਸਵਾਲ ਨੇ, ਇਸ ਕਰਕੇ ਮੈਂ ਇਹ ਗੱਲ ਨਾਲ ਕਰ ਰਿਹਾ ਹਾਂ ਕਿ ਅਸੀਂ ਕਿਸੇ ਹੋਰ ਦੁਨੀਆ ਵਿੱਚ ਘੁੰਮ ਰਹੇ ਹਾਂ ਜਾਂ ਕਿਸੇ ਦੇ ਪਿੱਛੇ ਲੱਗ ਕੇ ਇਸ ਤਰ੍ਹਾਂ ਦੇ ਕਰਮ ਕਰਨਾ ਸ਼ੁਰੂ ਕਰ ਦਿੰਦੇ ਹਾਂ। ਕੋਈ ਕਹਿੰਦਾ ਵੀ ਫੋਟੋ ਸਾਹਮਣੇ ਰੱਖ ਲਓ, ਉਹਦੇ ਸਾਹਮਣੇ ਬੈਠ ਕੇ ਸਿਮਰਨ ਕਰੋ। ਸਿਮਰਨ ਦਾ ਫੋਟੋ ਨਾਲ ਕੋਈ ਵਾਹ ਵਾਸਤਾ ਹੀ ਨਹੀਂ ਹੈ, ਕਿਉਂਕਿ ਫੋਟੋ ਜਿਹੜਾ ਹੈ ਉਹ ਇੱਕ ਨਿਰਜਿੰਦ ਹੈ। ਅਸੀਂ ਸਰਜੰਦ ਨੂੰ, ਸੰਜੀਵ ਨੂੰ ਜਾਂ ਸਰਗੁਣ ਨੂੰ ਪ੍ਰਗਟ ਕਰਨਾ ਹੈ ਔਰ ਉਸ ਨੂੰ ਪ੍ਰਗਟ ਕਰਨਾ ਹੈ ਉਸਦੇ ਗੁਣਾਂ ਨੂੰ ਯਾਦ ਕਰਕੇ, ਉਹਦੀਆਂ ਵਡਿਆਈਆਂ ਨੂੰ ਯਾਦ ਕਰਕੇ, ਉਹਦੀ ਖੂਬੀ ਨੂੰ ਯਾਦ ਕਰਕੇ। ਦੇਖੋ ਨਾ, ਕੋਈ ਸਾਡਾ ਮਿੱਤਰ ਹੋਵੇ ਜਿਹਦੇ ਨਾਲ ਸਾਡਾ ਸਨੇਹ ਹੋਵੇ ਅਤੇ ਅਸੀਂ ਉਹਨੂੰ ਜਦੋਂ ਯਾਦ ਕਰਦੇ ਹਾਂ ਉਸਦੇ ਗੁਣ ਕਰਕੇ ਯਾਦ ਕਰਦੇ ਹਾਂ, ਉਹਦੀ ਖੂਬੀ ਕਰਕੇ ਉਹਨੂੰ ਯਾਦ ਕਰਦੇ ਹਾਂ। ਉਹਦੀ ਫੋਟੋ ਦੇਖ ਕੇ ਯਾਦ ਨਹੀਂ ਕਰਦੇ ਉਹਨੂੰ, ਸਗੋਂ ਸਾਨੂੰ ਉਹਦੇ ਗੁਣ, ਉਹਦੀਆਂ ਚੰਗਿਆਈਆਂ, ਉਸਦੀਆਂ ਖੂਬੀਆਂ ਸਾਨੂੰ ਚੰਗੀਆਂ ਲੱਗਦੀਆਂ ਅਤੇ ਅਸੀਂ ਉਹਨੂੰ ਚੇਤੇ ਕਰਦੇ ਵੀ ਤੇਰੇ ਵਿੱਚ ਇਹ ਗੁਣ ਸਨ। ਅੱਜ ਦੂਰ ਬੈਠੇ ਹਾਂ ਪਰ ਤੇਰੇ ਉਹ ਗੁਣ, ਤੇਰੀਆਂ ਚੰਗਿਆਈਆਂ ਸਾਨੂੰ ਯਾਦ ਆਉਂਦੀਆਂ। ਪਰ ਹੈਰਾਨੀ ਦੀ ਗੱਲ ਕਿ ਅਸੀਂ ਰੱਬ ਨੂੰ ਕੇਵਲ ਬੰਦਿਆਂ ਦੀ ਤਰ੍ਹਾਂ ਸਮਝਿਆ, ਉਸਨੂੰ ਸਥਾਪਨ ਕਰਨ ਦਾ ਯਤਨ ਕੀਤਾ। ਅਸੀਂ ਮੂਰਤੀਆਂ ਬਣਾ ਲਈਆਂ, ਘਰ ਦੇ ਵਿੱਚ ਵੀ ਮੰਦਰ ਬਣਾ ਲਏ, ਉਸ ਦੇ ਅੱਗੇ ਖੜ੍ਹੇ ਹੋ ਕੇ ਧੂਪ ਲਾ ਕੇ ਅਸੀਂ ਹੱਥ ਜੋੜ ਕੇ ਖੜ੍ਹੇ ਹੁੰਦੇ ਹਾਂ ਔਰ ਉਸ ਮੂਰਤੀ ਨੂੰ ਆਪਣੇ ਮਤ ਵਿੱਚ ਲੈ ਜਾਣਾ ਚਾਹੁੰਦੇ, ਜਿਵੇਂ ਮੂਰਤੀ ਅੰਦਰ ਤੱਕ ਦਾਂਗੇ ਅਸੀਂ। ਸਾਡੀ ਵਿਚਾਰਧਾਰਾ ਇੱਦਾਂ ਦੀ ਬਣ ਗਈ ਹੈ। ਸਿਮਰਨ ਸੀ ਜਿਸ ਦੀ ਮੰਨ ਲਓ ਕਿ ਜੇ ਘਰ ਦੇ ਵਿੱਚ ਗੁਰੂ ਨਾਨਕ ਦੀ ਫੋਟੋ ਵੀ ਲਾਈਏ, ਮੰਨ ਲਈਏ, ਅਤੇ ਗੁਰੂ ਨਾਨਕ ਦੀ ਥਿਊਰੀ, ਗੁਰੂ ਨਾਨਕ ਦੀ ਵਿਚਾਰਧਾਰਾ, ਗੁਰੂ ਨਾਨਕ ਦਾ ਸਿਧਾਂਤ, ਲੋੜ ਤਾਂ ਸੀ ਉਸ ਸਿਧਾਂਤ ਨੂੰ ਜਪਣ ਦੀ। ਜਿਹੜੀ ਗੱਲਾਂ ਗੁਰੂ ਨਾਨਕ ਪਾਤਸ਼ਾਹ ਨੇ ਕੀਤੀਆਂ ਆਪਣੀ ਬਾਣੀ ਰਾਹੀਂ, ਜੋ ਸਿਧਾਂਤ ਸਾਡੇ ਸਾਹਮਣੇ ਰੱਖੇ, ਚੰਗਾ ਹੁੰਦਾ ਕਿ ਜੇ ਗੁਰੂ ਨਾਨਕ ਨੂੰ ਯਾਦ ਕਰਨਾ ਤਾਂ ਉਹਨਾਂ ਦੀ ਦਿੱਤੀ ਹੋਈ ਸਿੱਖਿਆ ਨੂੰ ਯਾਦ ਕਰਦੇ, ਪਰ ਅਸੀਂ ਉਹਨੂੰ ਤਾਂ ਯਾਦ ਨਹੀਂ ਕੀਤਾ। ਸਿੱਖਿਆ ਨੂੰ ਤਾਂ ਅਸੀਂ ਇਤਨੀ ਛੇਤੀ ਨਾਲ ਪੜ੍ਹ ਜਾਂਦੇ ਹਾਂ ਕਿ ਕਦੋਂ ਜਪਜੀ ਸਾਹਿਬ ਹੋ ਜਾਂਦਾ ਸਾਨੂੰ ਪਤਾ ਵੀ ਨਹੀਂ ਚੱਲਦਾ, ਕਦੋਂ ਆਸਾ ਕੀ ਵਾਰ ਦਾ ਕੀਰਤਨ ਹੋ ਜਾਂਦਾ ਸਾਨੂੰ ਪਤਾ ਵੀ ਨਹੀਂ ਚੱਲਦਾ, ਕਦੋਂ ਰਹਿਰਾਸ ਦਾ ਪਾਠ ਸਮਾਪਤ ਹੋ ਜਾਂਦਾ ਸਾਨੂੰ ਪਤਾ ਵੀ ਨਹੀਂ ਚੱਲਦਾ, ਕਦੋਂ ਜਪਜੀ ਸਾਹਿਬ ਹੋਰ ਬਾਣੀਆਂ ਪੜ੍ਹੀਆਂ ਗਈਆਂ ਸਾਨੂੰ ਸੋਝੀ ਵੀ ਨਹੀਂ ਰਹੀ ਵੀ ਜਪਜੀ ਸਾਹਿਬ ਪੜ੍ਹ ਚੁੱਕੇ ਹਾਂ। ਪਤਾ ਲੱਗਦਾ ਵੀ ਹੁਣ ਤਾਂ ਪਵਨ ਗੁਰੂ ਪਾਣੀ ਪਿਤਾ 'ਤੇ ਪਹੁੰਚ ਗਏ ਹਾਂ। ਉਸ ਦੌਰਾਨ ਕੀ ਕੁਛ ਹੋਇਆ, ਸਾਡਾ ਮਨ ਦੇ ਵਿੱਚ ਕੋਈ ਵੀ ਅਕਸ ਨਹੀਂ ਆਇਆ। ਇਸ ਕਰਕੇ ਕਬੀਰ ਸਾਹਿਬ ਜੀ ਇਹ ਗੱਲ ਸਮਝਾਉਣਾ ਚਾਹੁੰਦੇ ਨੇ ਕਿ ਜੇ ਰੱਬ ਨੂੰ ਸਿਮਰਨਾ ਹੈ, ਪਰਮੇਸ਼ਰ ਨੂੰ ਯਾਦ ਕਰਨਾ ਹੈ, ਇੱਕ ਕੰਮ ਕਰੋ, ਉਸ ਰੱਬ ਨੂੰ ਇਸ ਤਰ੍ਹਾਂ ਰਿੜਕੋ, ਇਸ ਤਰ੍ਹਾਂ ਸਿਮਰੋ ਜਿਸ ਤਰ੍ਹਾਂ ਦੁੱਧ ਨੂੰ ਹੌਲੀ ਹੌਲੀ ਰਿੜਕੀਦਾ ਹੈ। ਹਰ ਕਾ ਬਿਲੋਬ ਨਾ ਬਿਲੋਬੋ ਮੇਰੇ ਭਾਈ, ਸਹਿਜ ਬਿਲੋਬੋ
जैसे तत ना जाई रहाओ। आखन लगे हे मेरे वीर, मुड़ मुड़ के बार बार उस परमात्मा का सिमरन करो। तो सिमरन करना किवें? सहज अवस्था विच टिक के सिमरन करो। सहज, सहज नूं आपां हौली हौली भी कह सकते हैं। सहज सहज टिक टिक के समझ समझ के एक एक गुरु का वचन अखां दे सामने रख के भी गुरु साहब जी ने ये सिक्ख्या दिती है, गुरु साहब ने ये गल समझाई है। उन सहज दे अंदर विलोपना है। सहज अवस्था में टिके सिमरन करो तां जो इस उद्यम का तत्त हथों ना जाता रहे। क्योंकि जे सहज नाल करांगे तो तत्त पकड़ विच आएगा। छेती नाल पाठ कर जावांगे, छेती छेती नाल उसनूं याद करांगे, उसदा नाम जपांगे तो साडी सुरत दी पकड़ विच नहीं आएगा। छेती कोई चीज़ साडे सामनों लंघ जाती है ना, मान लो कोई गड्डी असीं सड़क ते खलोते छेती नाल लंघ गई, असीं कहंदे पता नहीं किहड़ी गड्डी सी, इस गड्डी विच कौन सी। जे सानू अस्थूल चीज़ सामने नज़र नहीं आई, छेती नाल लंघे तो असीं सूक्ष्म नूं किवें फड़ांगे। जे एक अस्थूल चीज़ जो रोड ते तुरी जा रही है साडी सुरत दी पकड़ विच नहीं आई तो सुरत दी पकड़ विच वो सूक्ष्म ज्ञान किवें आवेगा। बड़ी समझण दी गल है, बड़ी विचारन दी गल है। क्योंकि असी संसार दी समय दी तेजी दे नाल चल रहे, जिवें संसार बड़ी तेजी नाल अगे वध रहा है, असी बहुत तेजी विच आं। और जिवें संसार दे लोग संसारी चाल वधी जा रही है, गड्डियां दियां स्पीड बढ़ती जा रही है और होर चीज़ां दी चलन दी जिहड़ी है वो समर्था वधी जा रही है, होर चीज़ां तेज़ होई जा रही हैं। असी भी धर्म नूं भी इस तरह उन्हां दे नाल तुलना करके सोचते हैं बस गड्डी दौड़ा लीए, पाठ नहीं करना, बस गड्डी दौड़ा लीए, बस मिनटों मिनट ही पाठ हो जाए। एक रस्म का भुलेखा पा लेना भी मैं जपजी साहब कीता सी, मैं सोदर का पाठ कीता सी, मैं सुखमनी साहब का पाठ कीता सी, पर सुखमनी साहब च लिखिया कि ये पुछिए तो पता नहीं है। एक अपने मन नूं धोखे च रखना कि मैं देखो 2 सुखमनी साहब के पाठ, मैं इतनी चौपई साहब के पाठ, मैं इतनी बाणी पढ़ ली। हुण कबीर साहब इस गल नूं समझाना चाहते हैं कि हरि परमात्मा का सिमरन करना है, वाहिगुरू जी की बंदगी करनी है तो उस दे नाम नूं सहज अवस्था विच जपो, सहज अवस्था विच टिक के टिकाओ दे विच सिमरन करो। क्यों करो? कहंदे इस उद्यम का तत्त हथों ना जाता रहे। जे तुसीं तेज तेज बोलोगे, काली विच बोलोगे तो तुहानूं सुरत विच नहीं आना। मान लो आपां कोई बाणी दे पंक्तियां पढ़ीए, आपां ये पंक्ति पढ़ते हाँ, काहे रे मन चित में उद्यम। इतनी हौली पढ़न दे नाल भी साडी सुरत उत्थे तक नहीं जा पा रही भी की कहना चाह रहे हैं गुरु साहब। तो मैं जिन्होंने बहुत छेती नाल पढ़ा काहे रे मन चित में उद्यम जा, फिर की समझ आना। जे मैं इतनी हौली पढ़ रहा तो भी मेरी सुरत नहीं खिंच पा रही, उन्होंने उसकी विचारधारा नहीं समझ पा रही। ऐसा ये गल पकड़ च आ नहीं रही कि हे मेरे मन तू क्यों चिंता करदा है, काहे रे मन चित में उद्यम। उद्यम का अर्थ है थे चिंता। तू चिंता क्यों करदा है? क्योंकि जा आहर हर जीव भरिया। जे आहार हरि परमात्मा ने पहला ही पाया होया, तेरा आहार का प्रबंध पहला ही किया होया, तू क्यों चिंता करदा? पर मैं रोज़ पढ़दा, मैनूं तो ये गल समझ ही नहीं आई सी। कई बार जो अर्थ करते हैं ना तो संगत विचों ही कई कहते हैं भी इतने साल हो गए पढ़ते हैं, अर्थ तो अज पता लगे ने। 50 साल हो गए सानू पढ़दे हुए, अज पता लगे भी ये तो गल ही कुछ होर चली सी ते पूरी जिंदगी समझते कुछ होर है। ऐसा अर्थ है कि अज पहली बार सुरत टिकी और सुरत विचों गल सामने आई, सुरत उसदे वल ध्यान चला गया, सुरत चली गई तो गल समझ आ गई कि हाँ गल तो ये चल रही सी। हुण जदों सुरत नाल तुसीं पाठ करोगे ना तो इस पाठ नूं ही कर लईए कि काहे रे मन चित में उद्यम जा आहर
ਹਰ ਜੀਉ ਭਰਿਆ। ਮਹਾਰਾਜ ਕਹਿੰਦੇ ਸੈਲ ਪੱਥਰ ਮੈਂ ਜੰਤ ਉਪਾਏ, ਤਾਕਾ ਰਿਜ਼ਕ ਆਗੇ ਕਰ ਧਰਿਆ। ਸਾਡੀ ਸੁਰਤ ਜਾਣੀ ਚਾਹੀਦੀ ਵੀ ਪੱਥਰਾਂ ਦੇ ਅੰਦਰ ਵਾਹਿਗੁਰੂ ਕੀੜੇ ਪੈਦਾ ਕਰਕੇ ਤੇ ਉਹਨਾਂ ਨੂੰ ਵੀ ਰਿਜ਼ਕ ਦੇ ਰਿਹਾ। ਜੇ ਇਹ ਗੱਲ ਸਾਡੀ ਸੁਰਤ ਵਿੱਚ ਨਾ ਵਸੀ, ਇਹ ਖਿਆਲ ਸਾਡੇ ਅੰਦਰ ਨਾ ਵਸਿਆ, ਤਾਂ ਗੁਸਤਾਖੀ ਮਾਫ਼ ਕਰਨਾ, ਅਸੀਂ ਸਿਮਰਨ ਨਹੀਂ ਕਰ ਰਹੇ ਸਾਹਿਬਾਨੇ 'ਚ। ਮੈਂ ਇੱਕ ਵਾਰੀ ਥਾਈਲੈਂਡ ਸੀ, ਕਿਸੇ ਨੇ ਬੜੀ ਸੋਹਣੀ ਗੱਲ ਮੈਨੂੰ ਦੱਸੀ। ਉਹ ਰੱਬ ਦੀ ਬੇਅੰਤਤਾ ਨੂੰ ਅਸੀਂ ਕਿਵੇਂ ਦੇਖੀਏ। ਉਹ ਕਹਿੰਦੇ ਕਿ ਅਸੀਂ ਜਦੋਂ ਪਾਕਿਸਤਾਨ ਬਣਿਆ ਨਾ, ਅਤੇ ਇੱਥੇ ਥਾਈਲੈਂਡ ਆਏ ਪਾਕਿਸਤਾਨ ਤੋਂ, ਸਾਡਾ ਬਹੁਤ ਪਰਿਵਾਰ ਪਾਕਿਸਤਾਨ 'ਚ ਮਾਰਿਆ ਗਿਆ। ਜਿਹੜੇ ਬੰਦੇ ਜੀ ਬਚੇ ਉਹ ਇੱਥੇ ਆ ਗਏ। ਕਹਿੰਦੇ ਸਾਡੇ ਪਾਕਿਸਤਾਨ ਜਦੋਂ ਹੁੰਦੇ ਸੀ ਤਾਂ ਉਸ ਵੇਲੇ ਸਾਡੇ ਕੋਲ ਇੱਕ ਪੱਥਰ ਦਾ ਤਵਾ ਹੁੰਦਾ ਸੀ ਅਤੇ ਉਹਦੇ 'ਤੇ ਰੋਟੀਆਂ ਪੱਕਦੀਆਂ ਸਨ। ਕਹਿੰਦੇ ਅਸੀਂ ਅੱਗ ਬਾਲਣੀ ਚੁੱਲ੍ਹੇ 'ਚ, ਪਰ ਵਿਚਕਾਰੋਂ ਰੋਟੀ ਕੱਚੀ ਰਹਿ ਜਾਂਦੀ ਸੀ, ਪੱਕਦੀ ਨਹੀਂ ਸੀ। ਅਸੀਂ ਬੜੇ ਯਤਨ ਕੀਤੇ। ਅਸੀਂ ਸੋਚਦੇ ਸਨ ਸ਼ਾਇਦ ਪੱਥਰ ਨੂੰ ਵਿੱਚੋਂ ਸੇਕ ਨਹੀਂ ਲੱਗ ਰਿਹਾ, ਵਿਚਕਾਰ ਤੋਂ ਕੁਝ ਥਾਂ 'ਤੇ ਰੋਟੀ ਕੱਚੀ ਰਹੇ, ਬਾਕੀ ਸਾਰੀ ਪੱਕ ਜਾਂਦੀ ਸੀ। ਅਤੇ ਬਾਅਦ ਦੇ ਵਿੱਚ ਉਸਨੂੰ ਕਹਿੰਦੇ ਸੀ ਕੋਇਲਾਂ ਦੇ ਉੱਤੇ ਰੋਟੀ ਪਕਾਉਣੀ। ਕਹਿੰਦੇ ਕਈ ਸਾਲ ਲੰਘ ਗਏ, ਕਿਸੇ ਨੂੰ ਇਹ ਰਾਜ ਨਹੀਂ ਪਤਾ ਲੱਗਿਆ ਵੀ ਕਾਰਨ ਕੀ ਹੈ। ਕਹਿੰਦੇ ਜਦੋਂ ਪਾਕਿਸਤਾਨ ਬਣਿਆ, ਅਸੀਂ ਉੱਥੋਂ ਉਜੜਨ ਲੱਗੇ ਅਤੇ ਛੇਤੀ ਛੇਤੀ ਜੋ ਸਮਾਨ ਸਾਂਭ ਸਕਦੇ ਸੀ ਉਹਨੂੰ ਸਾਂਭਣ ਲੱਗੇ, ਅਤੇ ਉਹ ਸਾਡੇ ਅੱਖਾਂ ਦੇ ਸਾਹਮਣੇ ਤਵਾ ਟੁੱਟਿਆ। ਉਹ ਟੁੱਟ ਕੇ ਕੀ ਦੇਖਦੇ, ਉਹਦੇ ਵਿੱਚੋਂ ਇੱਕ ਕੀੜਾ ਨਿਕਲਿਆ, ਉਹ ਜਿਉਂਦਾ ਸੀ। ਔਰ ਸਾਡੇ ਘਰ ਦੇ ਸਾਰੇ ਜੀ ਹੈਰਾਨ ਹੋ ਗਏ। ਇਹ ਆਪਾਂ ਕੇਵਲ ਪੰਕਤੀਆਂ ਪੜ੍ਹਦੇ ਹਾਂ, ਅਸੀਂ ਅਹਿਸਾਸ ਨਹੀਂ ਕਰਦੇ। ਅਸੀਂ ਪੜ੍ਹਦੇ ਹਾਂ ਤਾਤੀ ਵਾਓ ਨਾ ਲੱਗਈ, ਪਾਰ ਬ੍ਰਹਮ ਸਰਨਾਈ, ਚੌਗਿਰਦ ਹਮਾਰੇ ਰਾਮ ਕਾਰ ਦੁੱਖ। ਇਹ ਸੱਚ ਹੈ। ਇਹ ਐਵੇਂ ਨਹੀਂ ਕਿਹਾ ਗੁਰੂ ਸਾਹਿਬ ਜੀ ਨੇ। ਸਾਨੂੰ ਲੱਗਦਾ ਵੀ ਐਵੇਂ ਲਿਖ ਦਿੱਤਾ ਗੁਰੂ ਸਾਹਿਬ ਜੀ ਨੇ ਵੀ ਇਹ ਤਾਂ ਹੈ ਨਹੀਂ ਗੱਲ ਇੱਦਾਂ। ਸਾਡਾ ਭਰੋਸਾ ਨਹੀਂ ਹੈ, ਸਾਡਾ ਯਕੀਨ ਨਹੀਂ ਹੈ। ਜਦੋਂ ਉਹਨਾਂ ਨੇ ਮੈਨੂੰ ਇਹ ਵਾਰਤਾ ਦੱਸੀ, ਮੇਰੀ ਅੱਖਾਂ ਵਿੱਚੋਂ ਟਪ ਟਪ ਪਾਣੀ ਡਿੱਗੀ ਜਾਂਦਾ ਸੀ ਵੀ ਗੁਰੂ ਨਾਨਕ ਸੱਚੇ ਪਾਤਸ਼ਾਹ ਤੂੰ ਕਿੱਡਾ ਸਮਰੱਥ ਹੈ। ਉਹ ਸਮਰੱਥ ਸਤਿਗੁਰੂ ਹੈ। ਉਹਨਾਂ ਨੂੰ ਵੀ ਰਾਜ ਪਤਾ ਲੱਗਿਆ। ਕਹਿੰਦੇ ਉਸ ਦਿਨਾਂ ਜਦੋਂ ਅਸੀਂ ਤੁਰੇ ਨਾ, ਇੱਕ ਗੱਲ ਹੋਰ ਸਾਡੇ ਕਹਿੰਦੇ ਉਸ ਕੀੜੇ ਨੇ ਦੱਸ ਦਿੱਤੀ ਕਿ ਤੁਸੀਂ ਆਪਣੇ ਰਿਜ਼ਕ ਦਾ ਫਿਕਰ ਨਾ ਕਰਿਓ। ਤੁਸੀਂ ਇਹ ਔਂਕੜ ਦੁੱਖ ਜਿਹੜੇ ਆਏ ਨੇ ਇਹਦਾ ਵੀ ਫਿਕਰ ਨਾ ਕਰਿਓ। ਜੇ ਰੱਬ ਨੇ ਤੁਹਾਨੂੰ ਰੱਖਣਾ ਹੋਇਆ ਤਾਂ ਰੱਬ ਰੱਖ ਹੀ ਲਏਗਾ। ਉਚਾਰਨ ਕਰੋ ਸਤਨਾਮ। ਕੱਢ ਐਡਾ ਭਰੋਸਾ ਹੋ ਗਿਆ ਰੱਬ ਦੇ ਉੱਤੇ ਵੀ ਰੱਬ ਤੂੰ ਸਾਨੂੰ ਰੱਖ ਲਏਗਾ। ਅਸੀਂ ਬਚ ਕੇ ਕਹਿੰਦੇ ਇੱਥੇ ਥਾਈਲੈਂਡ ਆ ਗਏ, ਸਾਡਾ ਸਾਰਾ ਪਰਿਵਾਰ। ਕੁਛ ਰਿਸ਼ਤੇਦਾਰ ਪਾਕਿਸਤਾਨ ਕਹਿੰਦੇ ਉੱਥੇ ਵੰਡ ਵੇਲੇ ਮਾਰੇ ਗਏ, ਪਰ ਜਿਹੜਾ ਸਾਡਾ ਟੱਬਰ ਸੀ ਕਹਿੰਦੇ ਉਸ ਕਹਿੰਦੇ ਕਿ ਕੀੜੇ ਨੇ ਸਾਨੂੰ ਇੱਕ ਨਵੀਂ ਦਿਸ਼ਾ ਦੇ ਦਿੱਤੀ, ਸਾਡਾ ਨਜ਼ਰੀਆ ਚੇਂਜ ਕਰ ਦਿੱਤਾ, ਸਾਡੀ ਚਿੰਤਾ ਦੂਰ ਕਰ ਦਿੱਤੀ ਸੀ। ਕਹਿੰਦੇ ਸਾਡਾ ਕੀ ਬਣੇਗਾ। ਪਰ ਹੁਣ ਉਸ ਕੀੜੇ ਨੇ ਦੱਸ ਦਿੱਤਾ ਜੋ ਇਸ ਦੇ ਨਾਲ ਰੱਬ ਨੇ ਕੀਤਾ ਹੈ, ਇਸ ਨੂੰ ਤੁਸੀਂ ਆਪਣੇ ਵੱਲੋਂ ਯਤਨ ਕੀਤਾ ਵੀ ਰੋਟੀ ਨਹੀਂ ਪੱਕਦੀ ਪਕਾਉਣ ਦਾ, ਪਰ ਰੱਬ ਉਸ ਕੀੜੇ ਨੂੰ ਉੱਥੇ ਤੱਤੀ ਵਾਹ ਨਹੀਂ ਸੀ ਲੱਗਣ ਦੇ ਰਿਹਾ। ਉਹ ਸੇਕ ਤਵੇ ਨੂੰ ਉਸ ਇਲਾਕੇ ਵਿੱਚ ਜਾਣ ਹੀ ਨਹੀਂ ਸੀ ਦਿੰਦਾ। ਇਹ ਰੱਬੀ ਖੇਡ ਹੈ। ਇਹ ਸੱਚਾਈਆਂ ਨੇ ਜੀਵਨ ਦੀਆਂ ਪਿਆਰ ਵਾਲਿਓ। ਇਸ ਕਰਕੇ ਭਗਤ ਕਬੀਰ ਸਾਹਿਬ ਕਹਿੰਦੇ ਨੇ ਬਾਣੀ ਨੂੰ ਸਹਿਜ ਸਹਿਜ ਬਿਲੋ, ਸਹਿਜ ਸਹਿਜ ਪੜ੍ਹੋ, ਕਿਉਂਕਿ ਸਹਿਜ ਵਿੱਚ ਪੜ੍ਹਾਂਗੇ ਤਾਂ ਗੱਲ ਸਮਝ ਵਿੱਚ ਆਏਗੀ। ਕਿਉਂਕਿ ਕੋਈ ਦ੍ਰਿਸ਼ ਸਾਹਮਣੇ ਆਏਗਾ। ਤੁਹਾਡੇ ਇਸ ਸ਼ਬਦ ਦੇ ਰਾਹੀਂ ਕੁਝ ਦ੍ਰਿਸ਼ ਸਾਹਮਣੇ ਰੱਖਣਾ ਚਾਹੁੰਦਾ। ਮਹਾਰਾਜ ਕਹਿੰਦੇ ਸੈਲ ਪੱਥਰ ਮੈਂ ਜੰਤ ਉਪਾਏ, ਤਾਕਾ ਰਿਜ਼ਕ ਆਗੇ ਕਰ ਧਰਿਆ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਗੁਰ ਪ੍ਰਸਾਦ ਪਰਮ ਪਦ ਪਾਇਆ, ਸੋਕੇ ਕਾਸ਼ਟ ਹਰਿਆ। ਗੁਰ ਪ੍ਰਸਾਦ ਵਰਤ ਜਾਏ ਤੇ ਸੁੱਕੇ ਲੱਕੜ ਹਰੇ ਹੋ ਸਕਦੇ? ਤੁਸੀਂ ਕਹੋਗੇ ਨਹੀਂ ਹੋ ਸਕਦੇ। ਮੈਂ ਦੇਖੇ ਪਿੰਡਾਂ ਦੇ ਵਿੱਚ ਜਦੋਂ ਮੱਕੀ ਬੀਜਦੇ ਨਾ ਅਤੇ ਰਾਖੀ ਵਾਸਤੇ ਇੱਕ ਝੂਲਾ ਜਿਹਾ ਬਣਾ ਲੈਂਦੇ ਪਿੰਡਾਂ 'ਚ। 6 ਮਹੀਨੇ ਪੁਰਾਣਾ ਰੁੱਖ ਵੱਢਿਆ ਹੋਇਆ ਸੁੱਕ ਚੁੱਕਿਆ ਸੀ। ਬਰਸਾਤਾਂ ਦੇ ਦਿਨਾਂ ਵਿੱਚ ਜਦੋਂ ਮੱਕੀ ਬੀਜੀ ਜਾਂਦੀ, ਮੱਕੀ ਹੁੰਦੀ ਹੈ, ਅਤੇ ਉਹ ਲੱਕੜ ਦਾ ਝੂਲਾ ਜਿਹਾ ਬਣਾ ਲਿਆ।
6 ਮਹੀਨੇ ਤੋਂ ਜਿਹੜੀ ਵੱਡੀ ਲੱਕੜ ਪਈ ਸੀ, ਤੁਸੀਂ ਹੈਰਾਨ ਹੋਵੋਗੇ ਕਿ 2 ਮਹੀਨੇ ਬਾਅਦ ਉਹ ਲੱਕੜ ਸਾਰੀ ਬਿਲਕੁਲ ਹਰੀ ਭਰੀ ਹੋ ਗਈ। ਸਾਰੇ ਲੋਕ ਹੈਰਾਨ ਵੀ ਇਹ ਕੀ ਹੋਇਆ, ਇਹ ਕਿਵੇਂ ਹੋ ਗਿਆ? ਜੜ ਵੀ ਕੋਈ ਨਹੀਂ ਸੀ ਲੱਕੜ ਨੂੰ, ਤੇ ਸਿਰਫ ਮੁੱਢ ਪਿਆ ਸੀ ਲੱਕੜ ਦਾ। ਕਿ ਗੁਰਬਾਣੀ ਐਵੇਂ ਨਹੀਂ, ਗੁਰਬਾਣੀ ਦੇ ਪਿੱਛੇ ਸੱਚਾਈ ਹੈ ਕਿ ਅਸੀਂ ਉਸ ਚੀਜ਼ ਨੂੰ ਦੇਖ ਸਕੀਏ। ਅਨੁਭਵ, ਮੈਂ ਤੁਹਾਨੂੰ ਅਨੁਭਵ ਕਰਾਉਣਾ ਚਾਹੁੰਦਾ ਵੀ ਅਨੁਭਵ ਕਰਕੇ ਵੇਖੋ ਬਾਣੀ ਨੂੰ। ਪਰ ਕਦੋਂ ਹੋਵੇਗਾ? ਜਦੋਂ ਸਹਿਜ ਵਿੱਚ ਬਾਣੀ ਪੜ੍ਹਾਂਗੇ, ਕਾਹਲੀ ਵਿੱਚ ਪੜ੍ਹ ਜਾਓਗੇ ਤੇ ਇਹ ਗੱਲਾਂ ਤੁਹਾਡੀ ਸੁਰਤ ਵਿੱਚ ਨਹੀਂ ਜਾਣੀਆਂ। ਗੁਰਬਾਣੀ ਸੁਰਤ ਅੰਦਰ ਜਾਣੀ ਚਾਹੀਦੀ ਹੈ, ਤੁਹਾਡੇ ਦਿਲ ਦਿਮਾਗ 'ਚ ਜਾਣੀ ਚਾਹੀਦੀ ਹੈ। ਹੁਣ ਗੁਰੂ ਕਹਿੰਦਾ ਹੈ ਕਿ ਗੁਰ ਪ੍ਰਸਾਦ ਪਰਮ ਪਦ ਪਾਇਆ, ਸੁੱਕੇ ਕਾਸ਼ਟ ਹਰਿਆ ਸੁੱਕੇ। ਲੱਕੜ ਵੀ ਹਰੇ ਭਰੇ ਹੋ ਸਕਦੇ ਨੇ। ਤੇ ਗੁਰੂ ਸਾਹਿਬ ਨੇ ਇੱਕ ਥਾਂ ਤੇ ਨਹੀਂ, ਬਹੁਤ ਥਾਵਾਂ ਤੇ ਗਵਾਹੀ ਦਿੱਤੀ। ਮਾਰ ਕਹਿੰਦੇ ਗੁਰ ਬਣ ਤ੍ਰਣ ਹਰਿਆ ਕੀਤਿਆ, ਨਾਨਕ ਕਿਆ ਮਨੁੱਖ। ਗੁਰੂ ਨੇ ਤਾਂ ਜੰਗਲ ਦੇ ਸੁੱਕੇ ਤਿਨਕੇ ਹਰੇ ਭਰੇ ਕਰ ਦਿੱਤੇ। ਮਨੁੱਖ ਤੈਨੂੰ ਕਿਉਂ ਨਹੀਂ ਕਰੇਗਾ? ਤੇਰੇ ਉੱਤੇ ਕਿਰਪਾ ਕਿਉਂ ਨਹੀਂ ਕਰੇਗਾ? ਪਰ ਸਾਡਾ ਭਰੋਸਾ ਕਿੱਥੇ ਹੈ? ਨਹੀਂ ਹੈ ਨਾ ਸਾਡਾ ਵਿਸ਼ਵਾਸ। ਕਿਉਂ? ਕਿਉਂਕਿ ਅਸੀਂ ਜਿਹੜਾ ਸਿਮਰਨ ਹੈ ਨਾ, ਉਹ ਕੇਵਲ ਕਰਮਕਾਂਡੀ ਸਿਮਰਨ ਹੈ। ਸਾਡਾ ਪਖੰਡੀ ਨਾਮ ਜਪਣਾ ਹੈ। ਸਾਡਾ ਨਾਮ ਵੀ ਜਪਦੇ ਹਾਂ ਤਾਂ ਸਿਰਫ ਫਾਰਮੈਲਿਟੀ ਕਰਕੇ ਅਸੀਂ ਬਾਣੀ ਪੜ੍ਹ ਲੈਂਦੇ ਹਾਂ, ਪਰ ਉਸ ਬਾਣੀ ਨੂੰ ਇਸ ਕਰਕੇ ਨਹੀਂ ਪੜ੍ਹਦੇ ਕਿ ਇਹ ਬਾਣੀ ਕੁਝ ਸਾਨੂੰ ਸਿਖਾ ਰਹੀ ਹੈ, ਬਾਣੀ ਕੋਈ ਦ੍ਰਿਸ਼ ਸਾਨੂੰ ਦਿਖਾਉਣਾ ਚਾਹ ਰਹੀ ਹੈ। ਫਿਰ ਐਸੀ ਸ਼ਬਦ ਦੇ ਅਗਲੇ ਬੰਦੇ ਦੇਖੋ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ, ਰਹਾਉ ਜਨਨ ਪਿਤਾ ਲੋਕ ਸਤਵੰਤਾ, ਕੋਈ ਨਾ ਕਿਸ ਕੀ ਧਰਿਆ, ਸਿਰ ਸੇ ਰਿਜਕ ਸੰਭਾਹੇ ਠਾਕੁਰ, ਕਾਹੇ ਮਨ ਉਹ ਕਰਿਆ। ਅਗਲੇ ਬਚਨ ਬੜੇ ਕਮਾਲ ਦੇ। ਮੈਂ ਕਹਿੰਦੇ ਊਡੇ ਊਡ ਆਵੈ ਸਹਿ ਕੋਸਾਂ, ਤਿਸ ਪਾਛੈ ਵਚਰੇ ਛਰਿਆ। ਇਹ ਕਿਹਦਾ ਜ਼ਿਕਰ ਚੱਲ ਰਿਹਾ ਜੀ? ਅਸਲ ਦੇ ਵਿੱਚ ਇੱਥੇ ਜ਼ਿਕਰ ਚੱਲ ਰਿਹਾ ਕੂੰਜ ਦਾ। ਉਹ ਠੰਡੇ ਇਲਾਕੇ 'ਚ ਰਹਿੰਦੀ ਹੈ, ਜਿੱਥੇ ਬਰਫ਼ ਪੈਂਦੀ ਹੋਵੇ। ਅਤੇ ਉਹ ਜਿਸ ਇਲਾਕੇ 'ਚ ਰਹਿੰਦੀ ਹੈ, ਜਿਵੇਂ ਹੁਣ ਆਪਣੇ ਇੱਥੇ ਠੰਡ ਸੀ, ਆਸਟ੍ਰੇਲੀਆ ਵਰਗੇ ਮੁਲਕਾਂ ਦੇ ਵਿੱਚ ਗਰਮੀ ਸੀ, ਹੁਣ ਇੱਥੇ ਗਰਮੀ ਪੈਣ ਲੱਗਣੀ, ਉੱਥੇ ਠੰਡ ਸ਼ੁਰੂ ਹੋ ਜਾਣੀ ਹੈ। ਅਤੇ ਉਹ ਉੱਥੇ ਚਲੀ ਜਾਂਦੀ ਹੈ ਜਿੱਥੇ ਕਿ ਬਰਫ਼ ਪੈਂਦੀ ਹੈ, ਗਰਮੀ ਵਾਲਾ ਇਲਾਕਾ ਛੱਡ ਦਿੰਦੀ। ਪਰ ਹੈਰਾਨੀ ਦੀ ਗੱਲ, ਗੁਰੂ ਸਾਹਿਬ ਜੀ ਨੇ ਬੜਾ ਦ੍ਰਿਸ਼ ਪਿਆਰਾ ਲਿਆ। ਕਹਿੰਦੇ ਉਹ ਜਦੋਂ ਉੜਦੀ ਹੈ ਨਾ, ਅਤੇ ਜਿੱਥੇ ਬੱਚੇ ਦਿੰਦੀ ਹੈ, ਉਹ ਬੱਚੇ ਆਪਣੇ ਉੱਥੇ ਛੱਡ ਕੇ ਆ ਜਾਂਦੀ ਹੈ। ਆਪ ਤਾਂ ਉਡਾਰੀ ਮਾਰ ਕੇ ਦੂਜੀ ਥਾਂ ਚਲੀ ਜਾਂਦੀ, ਠੰਡੀ ਥਾਂ 'ਤੇ, ਪਰ ਬੱਚੇ ਉੱਥੇ ਰਹਿੰਦੇ ਜਿੱਥੇ ਗਰਮੀ ਪੈਂਦੀ, ਜਿੱਥੇ ਉਹ ਬੱਚੇ ਦੇ ਕੇ ਆਉਂਦੀ ਹੈ। ਊਡੇ ਊਡ ਆਵੈ ਸਹਿ ਕੋਸਾਂ, ਸੈਂਕੜੇ ਕੋਹ 'ਚ ਦੂਰ ਚਲੀ ਜਾਂਦੀ ਹੈ। ਤਿਸ ਪਾਛੈ ਬਚਰੇ ਛਰਿਆ, ਉੱਥੇ ਬੱਚੇ ਪਿੱਛੇ ਛੱਡ ਦਿੱਤੇ। ਗੁਰੂ ਸਾਹਿਬ ਇੱਕ ਗੱਲ ਕਹਿੰਦੇ, ਸਿੱਖਾ ਕਦੇ ਵਿਚਾਰ ਕਰੀ, ਤਿੰਨ ਕਵਣ ਖਿਲਾਵੈ ਕਵਨ ਚੁਗਾਵੈ, ਮਨ ਮਹਿ ਸਿਮਰਨ ਕਰਿਆ। ਉਹਨੂੰ ਕੌਣ ਖਿਲਾ ਰਿਹਾ? ਉਹਨੂੰ ਕੌਣ ਚੁਗਾ ਰਿਹਾ? ਜਿਹੜਾ ਬੱਚਾ ਛੱਡਿਆ। ਅਤੇ ਉਹਦੇ ਬੱਚੇ ਨੂੰ ਖੁਰਾਕ ਕਿਵੇਂ ਜਾ ਰਹੀ ਹੈ ਜੀ? ਉਹਦੇ ਬੱਚੇ ਨੂੰ ਗਰਮੀ ਕਿਉਂ ਨਹੀਂ ਲੱਗ ਰਹੀ? ਜੇ ਕੂੰਜ ਗਰਮੀ ਦੇ ਵਿੱਚ ਨਹੀਂ ਰਹਿ ਸਕਦੀ, ਪਰ ਉਹਦਾ ਬੱਚਾ ਗਰਮੀ 'ਚ ਹੈ, ਉਹਨੂੰ ਤੱਤੀ ਵਾਹ ਕਿਉਂ ਨਹੀਂ ਲੱਗਦੀ ਉੱਥੇ? ਗੁਰੂ ਸਾਹਿਬ ਨੇ ਦ੍ਰਿਸ਼ ਇਤਨਾ ਪਿਆਰਾ, ਪਰ ਅਸੀਂ ਤਾਂ ਇਤਨੀ ਛੇਤੀ ਬਾਣੀ ਪੜ੍ਹ ਜਾਂਦੇ ਹਾਂ ਵੀ ਰੋਜ਼ ਸਾਡੀ ਅੱਖਾਂ ਦੇ ਸਾਹਮਣੇ ਪੰਕਤੀਆਂ ਇਹ ਨਿਕਲ ਕੇ ਜਾਂਦੀਆਂ, ਰਹਿਰਾਸ ਕਰਦੇ ਹਾਂ, ਸਾਨੂੰ ਸਮਝ ਨਹੀਂ ਆਉਂਦੀ ਗੱਲ। ਗੁਰੂ ਬਾਬਾ ਜੀ ਕਹਿੰਦੇ ਨੇ, ਕਹਿੰਦੇ ਇਸ ਕਰਕੇ ਕਿਉਂਕਿ ਮਨ ਮਹਿ ਸਿਮਰਨ ਕਰਿਆ। ਉਹ ਮਨ 'ਚ ਯਾਦ ਕਰਦੀ ਹੈ, ਸਿਮਰਨ ਕਰਦੀ ਹੈ, ਇੱਕ ਦਾਣਾ ਚੁਗਦੀ ਹੈ ਅਤੇ ਆਪਣੇ ਬੱਚਿਆਂ ਨੂੰ ਚੇਤੇ ਕਰ ਲੈਂਦੀ ਹੈ। ਬੱਚਿਆਂ ਨੂੰ ਜਿੰਨੇ ਯਾਦ ਕਰਦੀ ਹੈ, ਖੁਰਾਕ ਬੱਚਿਆਂ ਕੋਲ ਚਲੀ ਜਾਂਦੀ ਹੈ। ਔਰ ਇਹ ਕਬੀਰ ਸਾਹਿਬ ਨੇ ਜ਼ਿਕਰ ਵੀ ਕੀਤਾ, ਕਹਿੰਦੇ ਕਬੀਰ ਚੁਗੈ ਚਿਤਾਰੈ, ਪੀ ਚੁਗੈ ਚੁਗ ਚੁਗ ਚਿਤਾਰੇ। ਉਹ ਚੁਗਦੀ ਹੈ, ਚੇਤੇ ਕਰਦੀ ਹੈ, ਫਿਰ ਚੁਗਦੀ ਹੈ, ਫਿਰ ਚੇਤੇ ਕਰਦੀ ਹੈ। ਕਹਿੰਦੇ ਜੈਸੇ ਬਸਰੇ ਕੂੰਜ ਮਨ ਮਾਇਆ ਮਮਤਾਰੇ। ਜਿਵੇਂ ਕਿ ਉਹ ਕੂੰਜ ਜਿਹੜੀ ਹੈ, ਉਹ ਆਪਣੇ ਬੱਚੇ ਦਾ ਖਿਆਲ ਰੱਖਦੀ ਹੈ, ਉਹ ਬੱਚੇ ਨੂੰ ਯਾਦ ਕਰਦੀ ਹੈ। ਚੋਗਾ ਵੀ ਮੇਰੇ ਬੱਚੇ ਨੂੰ ਖੁਰਾਕ ਜਿਹੜੀ ਹੈ ਉਹ ਨਹੀਂ ਮਿਲ ਸਕਦੀ, ਪਰ ਉਸਦੀ ਯਾਦ ਦੀ ਖੁਰਾਕ ਉੱਥੇ ਤੱਕ ਪਹੁੰਚ ਜਾਂਦੀ ਹੈ ਅਤੇ ਉਹ ਬੱਚਾ ਜਿਉਂਦਾ ਰਹਿੰਦਾ ਹੈ। ਪਰ ਸਾਡਾ ਮਨ ਉਹਨੂੰ ਚੇਤੇ ਨਹੀਂ ਕਰਦਾ। ਸਾਡਾ ਮਨ ਤਾਂ ਮਨ ਮਾਇਆ ਮਮਤਾਰੇ, ਇਹ ਤਾਂ ਮਾਇਆ ਦੀ ਮਮਤਾ ਨੂੰ ਚੇਤੇ ਰੱਖਦਾ ਹੈ। ਇਹ ਮਾਇਆ ਬਣਾਉਣ ਵਾਲੇ ਰੱਬ ਨੂੰ ਚੇਤੇ ਨਹੀਂ ਕਰਦਾ, ਵਾਹਿਗੁਰੂ ਜੀ ਨੂੰ ਚੇਤੇ ਨਹੀਂ ਕਰਦਾ। ਇਸ ਕਰਕੇ ਉਸ ਨੂੰ ਯਾਦ ਇਸ ਕਰਕੇ ਕਰਨਾ ਹੈ, ਸਿਮਰਨ ਇਸ ਕਰਕੇ ਕਰਨਾ ਉਸਦਾ,
क्योंकि जे सिमरन कूंज करती है उहदे बच्चे नूं खुराक चली जाती है। प्यारिओ, जे असीं सिमरन करांगे कि वो साडे मन का हिस्सा नहीं बनेगा। इस तन का मैं कहां बच्चा जिहड़ा साडा मन है, इस शरीर के जिहड़े मैंबर ने, अख कन नक, ये शरीर के मैंबर ने, इस तन का बच्चा जिहड़ा है वो मन है। मत रूपी माँ है कि मत रूपी माँ ਦੇ ਖਿਆਲ ਵਿੱਚ ਇਹ ਵਿਚਾਰ ਆ ਜਾਏ ਕਿ ਮਨ ਰੂਪੀ ਬੱਚੇ ਨੂੰ ਇਹ ਖੁਰਾਕ ਨਹੀਂ ਪਹੁੰਚੇਗੀ, ਪਰ ਅਸੀਂ ਮਤ ਤਾਂ ਲਾਉਂਦੇ ਹੀ ਨਹੀਂ ਉਸ ਪਾਸੇ, ਸਾਡਾ ਸੁਰਤ ਤਾਂ ਉਸ ਪਾਸੇ ਜੁੜਦੀ ਨਹੀਂ ਹੈ। ਇਸ ਕਰਕੇ ਸਿਮਰਨ ਜਿਹੜਾ ਹੈ ਉਹ ਅਸੀਂ ਕਰ ਰਹੇ ਹਾਂ, ਪਰ ਸਿਮਰਨ ਕਰਕੇ ਵੀ ਕਈ ਸਾਲ ਬਾਅਦ ਸਾਨੂੰ ਰਿਜ਼ਲਟ ਕੀ ਮਿਲ ਰਿਹਾ ਹੈ? ਖਿੰਡੇ ਪਿੰਡੇ ਪਏ ਹਾਂ, ਸੁਰਤ ਟਿਕ ਨਹੀਂ ਰਹੀ, ਆਨੰਦ ਜੀਵਨ 'ਚ ਹੈ ਨਹੀਂ ਹੈ। ਉਸ ਦਾ ਕਾਰਨ ਕੀ ਹੈ? ਕਿਉਂਕਿ ਜਿਹੜਾ ਬਿਲੋ ਰਹੇ ਹਾਂ ਨਾ, ਰਿੜਕ ਰਹੇ ਹਾਂ, ਉਹ ਸਹਿਜ ਵਿੱਚ ਨਹੀਂ ਹੈ। ਕਬੀਰ ਸਾਹਿਬ ਇਸ ਕਰਕੇ ਕਹਿ ਰਹੇ ਨੇ ਕਿ ਹਰ ਕਾ ਬਿਲੋਬ ਨਾ ਬਿਲੋਵੋ ਮੇਰੇ ਭਾਈ, ਸਹਿਜ ਬਿਲੋਵੋ ਜੈਸੇ ਤਤ ਨਾ ਜਾਈ। ਸਹਿਜ ਵਿੱਚ ਆਓ ਕਿ ਉਦਮ ਤਾਂ ਕਰ ਰਹੇ ਹੋ, ਪਰ ਜੇ ਸਹਿਜ ਉਦਮ ਨਹੀਂ ਕੀਤਾ, ਮੰਨ ਲਓ ਕਿ ਕੋਈ ਬੰਦੇ ਨੇ ਜਾਂ ਕਿਸੇ ਗ੍ਰਹਿਣੀ ਨੇ ਚਾਟੀ ਦੇ ਵਿੱਚ ਦਹੀਂ ਪਾ ਵੀ ਲਿਆ, ਮਧਾਣੀ ਵੀ ਪਾ ਲਈ ਔਰ ਰਿੜਕਣਾ ਵੀ ਸ਼ੁਰੂ ਕਰ ਦਿੱਤਾ, ਪਰ ਛੇਤੀ ਛੇਤੀ ਰਿੜਕੇ। ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਕੋਈ ਛੇਤੀ ਰਿੜਕੇ ਨਾ ਤੇ ਕਈ ਵਾਰੀ ਚਾਟੀ ਵੀ ਟੁੱਟ ਜਾਂਦੀ ਹੈ, ਤੇ ਕਈ ਵਾਰੀ ਮੱਖਣ ਜਿਹੜਾ ਹੈ ਉਹ ਵੀ ਚਾਟੀ ਚੋਂ ਬਾਹਰ ਨਿਕਲ ਜਾਂਦਾ। ਸਾਡਾ ਇਹੀ ਹੋ ਰਿਹਾ, ਅਸੀਂ ਸਿਮਰਤਾ ਰਹੇ ਹਾਂ ਪਰ ਅੰਦਰ ਗੁਰੂ ਕਾ ਗਿਆਨ, ਗੁਰੂ ਕਾ ਸ਼ਬਦ ਅੰਦਰ ਟਿਕ ਨਹੀਂ ਰਿਹਾ, ਉਹਦੀ ਯਾਦ ਅੰਦਰ ਟਿਕ ਨਹੀਂ ਰਹੀ। ਰਿੜਕਦੇ ਬਹੁਤ ਹਾਂ, ਸਾਡੇ ਕੋਲ ਤਰਕ ਹੈ, ਅਸੀਂ ਬਹੁਤ ਪਾਠ ਕਰਦੇ ਹਾਂ, ਫਿਰ ਪਾਠ ਕਰਦੇ ਹਾਂ, ਜੀਵਨ 'ਚ ਬਦਲਾਵ ਕਿਉਂ ਨਹੀਂ ਹੈ? ਤੱਤ ਦੀ ਪ੍ਰਾਪਤੀ ਕਿਉਂ ਨਹੀਂ ਹੋਈ? ਅਸਲੀਅਤ ਦੀ ਸਮਝ ਕਿਉਂ ਨਹੀਂ ਆਈ? ਕਿਉਂ? ਕਿਉਂਕਿ ਜਿਹੜਾ ਉਹ ਤੱਤ ਸੀ ਉਹ ਹੱਥੋਂ ਚਲਾ ਗਿਆ। ਤੇ ਸਾਡੇ ਜੀਵਨ ਦਾ ਜਿਵੇਂ ਦੁੱਧ ਦਾ ਤੱਤ ਹੈ ਮੱਖਣ, ਔਰ ਜੇ ਅਸੀਂ ਉਸ ਪਰਮਾਤਮਾ ਦਾ ਸਿਮਰਨ ਰੂਪੀ ਰਿੜਕਣਾ ਰਿੜਕਦੇ ਹਾਂ, ਉਹਨੂੰ ਬਿਲਾਉਂਦੇ ਹਾਂ, ਤੇ ਉਸ ਦਾ ਤੱਤ ਹੈ ਪ੍ਰਭੂ ਦਾ ਮਿਲਾਪ ਬਣ ਸਕੇ। ਮਿਲਾਪ ਰੂਪੀ ਤੱਤ ਕਿਤੇ ਸਾਡੇ ਹੱਥੋਂ ਨਾ ਚਲਾ ਜਾਏ। ਐਸਾ ਸਿਮਰਨ ਕਰੀਏ ਕਿ ਉਸਦਾ ਮਿਲਾਪ ਹੋ ਜਾਏ, ਉਸਦਾ ਅਨੁਭਵ ਸਾਡੇ ਜੀਵਨ 'ਚ ਉਤਰ ਕੇ ਆਏ ਵੀ ਰੱਬ ਤੂੰ ਵਾਕਈ ਸਾਡੇ ਨੇੜੇ ਹੈ, ਸਾਡੇ ਨਜ਼ਦੀਕ ਹੈ, ਸਾਡੇ ਅੰਗ ਸੰਗ ਹੈ, ਤੂੰ ਵਾਕਈ ਤਤੀ ਵਾਹ ਨਹੀਂ ਲੱਗਣ ਦਿੰਦਾ, ਤੂੰ ਔਖੀ ਘੜੀ ਨਹੀਂ ਦੇਖਣ ਦਿੰਦਾ, ਭਰੋਸਾ ਬਣ ਜਾਏ। ਫਿਰ ਕਬੀਰ ਸਾਹਿਬ ਕਹਿੰਦੇ ਨੇ, ਕਹਿੰਦੇ ਸਨਕ ਸਨੰਦ ਅੰਤ ਨਹੀਂ ਪਾਇਆ, ਵੇਦ ਪੜ੍ਹੇ ਪੜ੍ਹ ਬ੍ਰਹਮੇ ਜਨਮ ਗਵਾਇਆ। ਆਖਣ ਲੱਗੇ ਸਨਕ ਤੇ ਸਨੰਦ ਬ੍ਰਹਮਾ ਜੀ ਦੇ ਪੁੱਤਰਾਂ ਦੇ ਨਾਂ ਨੇ। ਕਹਿੰਦੇ ਸਨਕ ਨੇ ਤੇ ਸਨੰਦ ਨੇ, ਆਓ ਕਿ ਬ੍ਰਹਮਾ ਜੀ ਦੇ ਪੁੱਤਰਾਂ ਨੇ ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪ੍ਰਾਪਤ ਕੀਤਾ। ਇਸ ਨੂੰ ਕਬੀਰ ਸਾਹਿਬ ਜੀ ਨੇ ਧਨਾਸਰੀ ਰਾਗ ਦੇ ਵਿੱਚ ਵੀ ਕਿਹਾ, ਸਨਕ ਸਨੰਦ ਮਹੇਸ਼ ਸਮਾਨਾ, ਸੇਖ ਨਾਗ ਤਿਰ ਮਰਮ ਨ ਜਾਨਾ, ਸੰਤ ਸੰਗਤ ਰਾਮ ਹਿਰਦੈ ਵਸਾਈ, ਹਨੂਮਾਨ ਸਰ ਗਰੁੜ ਸਮਾਨਾ, ਸੁਰਪਤ ਨਰਪਤ ਨਹੀਂ ਗੁਣ ਜਾਣਾ, ਚਾਰ ਵੇਦ ਅਰ ਸਿਮਰਤ ਪ੍ਰਾਨਾ, ਕਮਲਾਪਤ ਕਵਲਾ ਨਹੀਂ ਜਾਣਾ। ਮਹਾਰਾਜ ਕਹਿੰਦੇ ਇਤਨਾ ਕੁਛ ਕਰਕੇ ਵੀ ਇਹਨਾਂ ਨੇ ਜਾਣਿਆ ਨਹੀਂ ਰੱਬ ਨੂੰ। ਇੱਥੇ ਵੀ ਕਹਿ ਰਹੇ ਨੇ ਕਿ ਸਨਕ ਸਨੰਦ ਅੰਤ ਨਹੀਂ ਪਾਇਆ। ਸਨਕ ਤੇ ਸਨੰਦਨ ਬ੍ਰਹਮਾ ਜੀ ਦੇ ਪੁੱਤਰਾਂ ਨੇ ਵੀ ਹੇ ਪ੍ਰਭੂ ਤੇਰੇ ਗੁਣਾਂ ਦਾ ਅੰਤ ਨਹੀਂ ਪਾਇਆ। ਮੈਂ ਇਹ ਵੀ ਬੇਨਤੀ ਕਰਾਂ, ਤੁਸੀਂ ਜਿਤਨਾ ਮਰਜ਼ੀ ਗਿਆਨ ਇਕੱਠਾ ਕਰ ਲਓ, ਜਿਤਨਾ ਮਰਜ਼ੀ ਪਾਠ ਕਰ ਲਓ, ਉਹਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਉਹਦੇ ਗੁਣ ਧਾਰਨ ਕੀਤੇ ਜਾ ਸਕਦੇ ਨੇ, ਉਹਦੇ ਗੁਣਾਂ ਵਿੱਚ ਆਪਣੇ ਆਪ ਨੂੰ ਸਮਾ ਸਕਦੇ ਹਾਂ, ਪਰ ਕੋਈ ਕਵੇ ਵੀ ਰੱਬ ਦੇ ਗੁਣਾਂ ਦਾ ਮੈਂ ਅੰਤ ਪਾ ਲਵਾਂਗਾ, ਉਹ ਨਹੀਂ ਪਾਇਆ ਜਾ ਸਕਦਾ। ਕਿਉਂਕਿ ਮਹਾਰਾਜ ਨੇ ਜਿਹਵਾ ਏਕ ਕਵਣ ਗੁਣ ਕਹੀਐ, ਬੇਸੁਮਾਰ ਬੇਅੰਤ ਸੁਆਮੀ, ਤੇਰੋ ਅੰਤ ਨਾ ਕਿਨਹੀ ਲਈ ਹੈ। ਕਿਸੇ ਨੇ ਵੀ ਉਹਦਾ ਅੰਤ ਪ੍ਰਾਪਤ ਨਹੀਂ ਕੀਤਾ। ਆਖਣ ਲੱਗੇ ਵੇਦ ਪੜ੍ਹੇ ਪੜ੍ਹ ਬ੍ਰਹਮੇ, ਕਹਿੰਦੇ ਬ੍ਰਹਮਾ ਜੀ ਦੇ ਪੁੱਤਰਾਂ ਨੇ, ਪਾਓ ਉਹਨਾਂ ਨੇ ਬ੍ਰਹਮਾ ਦੇ ਰਚੇ ਹੋਏ ਵੇਦ ਪੜ੍ਹ ਪੜ੍ਹ ਕੇ ਉਮਰ ਵਿਅਰਥ ਗਵਾ ਲਈ, ਪਰ ਰੱਬ ਦਾ ਅੰਤ ਨਹੀਂ ਪਾ ਸਕੇ। ਔਰ ਕਿਸੇ ਭੁਲੇਖੇ 'ਚ ਨਾ ਰਹਿਣਾ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹ ਕੇ ਵੀ ਅਸੀਂ ਰੱਬ ਦਾ ਅੰਤ ਪਾ ਲਾਂਗੇ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਨਹੀਂ ਪਾਇਆ ਜਾ ਸਕਦਾ।
ਕਿਤੇ ਤੂੰ ਐਵੇਂ ਮਾਣ ਨਾ ਕਰੀ। ਔਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਿਤੇ ਕਹਿੰਦੀ ਵੀ ਨਹੀਂ ਵੀ ਰੱਬ ਦਾ ਅੰਤ ਪਾਉਣਾ। ਕਿਤੇ ਕੋਈ ਪੰਕਤੀ ਨਹੀਂ ਮਿਲੇਗੀ ਵੀ ਰੱਬ ਦਾ ਅੰਤ ਪਾਉਣਾ, ਕਿਸੇ ਥਾਂ 'ਤੇ ਵੀ ਤੁਹਾਨੂੰ ਪੂਰੇ ਗੁਰੂ ਗ੍ਰੰਥ ਸਾਹਿਬ 1430 ਅੰਕ ਵਿੱਚ ਕੋਈ ਐਸੀ ਪੰਕਤੀ ਨਹੀਂ। ਜੇ ਮੇਰੀ ਅੱਖਾਂ ਤੋਂ ਓਲੇ ਅਤੇ ਮੇਰੇ ਗਿਆਨ 'ਚ ਵਾਧਾ ਕਰਦੇ ਨਾ, ਮੈਨੂੰ ਦੱਸ ਦੇਣਾ ਨੋਟ ਕਰਕੇ ਵੀ ਹਾਂ ਉੱਥੇ ਪੰਕਤੀ ਲਿਖੀ ਹੋਈ ਹੈ। ਰੱਬ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਰੱਬੀ ਗੁਣਾਂ ਨੂੰ ਇਸ ਕਰਕੇ ਜਪਣਾ ਹੈ ਕਿ ਉਹਨਾਂ ਗੁਣਾਂ ਨੂੰ ਆਪਣੇ ਜੀਵਨ 'ਚ ਟਿਕਾ ਸਕੀਏ। ਕਹਿ ਕੇ ਗੁਣਾਂ ਨੂੰ ਬਾਰ-ਬਾਰ ਦੁਹਰਾ ਕੇ ਗੁਣਾਂ ਨੂੰ, ਉਹ ਰੱਬੀ ਗੁਣ, ਰੱਬੀ ਅਹਿਸਾਸ ਸਾਡੀ ਜ਼ਿੰਦਗੀ 'ਚ ਆ ਜਾਏ। ਔਰ ਜੇ ਇਸ ਤਰ੍ਹਾਂ ਨਹੀਂ ਕਰਦੇ, ਔਰ ਅਸੀਂ ਵੀ ਪਾਠ ਕਰ ਕਰਕੇ ਬਾਣੀ ਪੜ੍ਹ ਕੇ, ਜਿਵੇਂ ਕਬੀਰ ਸਾਹਿਬ ਕਹਿ ਰਹੇ ਨੇ ਕਿ ਬ੍ਰਹਮਾ ਜੀ ਦੇ ਪੁੱਤਰਾਂ ਨੇ ਬ੍ਰਹਮਾ ਜੀ ਦੇ ਰਚੇ ਹੋਏ ਵੇਦ ਪੜ੍ਹ ਕੇ ਸਾਰੀ ਉਮਰ ਵਿਅਰਥ ਗਵਾ ਲਈ, ਪਰ ਅੰਤ ਪ੍ਰਾਪਤ ਨਹੀਂ। ਉਹਦੇ ਰੱਬੀ ਗੁਣਾਂ ਦਾ ਅੰਤ ਨਹੀਂ ਲੱਭਿਆ, ਅੰਤ ਨਹੀਂ ਪ੍ਰਾਪਤ ਕੀਤਾ। ਅਸੀਂ ਵੀ ਅੰਤ ਨਹੀਂ ਪਾ ਸਕਦੇ। ਔਰ ਬਾਣੀ ਅੰਤ ਪਾਉਣ ਵਾਸਤੇ ਪੜ੍ਹਨੀ ਵੀ ਨਹੀਂ, ਬਾਣੀ ਇਸ ਕਰਕੇ ਪੜ੍ਹਨੀ ਹੈ ਕਿ ਅਸੀਂ ਆਪਣੇ ਆਪ ਨੂੰ ਸਮਝ ਸਕੀਏ ਅਸੀਂ ਕੀ ਕਰ ਰਹੇ ਹਾਂ ਅਤੇ ਕੀ ਕਰਨਾ ਚਾਹੀਦਾ। ਸਭ ਇਤਨੀ ਜਿਹੀ ਗੱਲ ਹੈ। ਅਸੀਂ ਕਰ ਕੀ ਰਹੇ ਹਾਂ, ਸਾਨੂੰ ਕਰਨਾ ਕੀ ਚਾਹੀਦਾ। ਫਿਰ ਕਹਿਣ ਲੱਗੇ ਕਬੀਰ ਸਾਹਿਬ, ਕਹਿੰਦੇ ਤਨ ਕਰ ਮਟਕੀ ਮਨ ਮਾਹੇ ਬਿਲੋਈ, ਇਸ ਮਟਕੀ ਮੈਂ ਸ਼ਬਦ ਸੰਜੋਈ। ਆਖਣ ਲੱਗੇ ਹੇ ਭਾਈ, ਆਪਣੇ ਸਰੀਰ ਨੂੰ ਚਾਟੀ ਬਣਾਓ। ਤਨ ਕਹਿੰਦੇ ਨੇ ਸਰੀਰ ਨੂੰ, ਕਰ ਮਟਕੀ, ਇਸ ਸਰੀਰ ਨੂੰ ਚਾਟੀ ਬਣਾਓ। ਮਨ ਮਾਹੇ ਬਿਲੋਈ, ਬਿਲੋਈ ਦਾ ਅਰਥ ਹੁੰਦਾ ਮਧਾਣੀ। ਇਸ ਸਰੀਰ ਰੂਪੀ ਚਾਟੀ ਦੇ ਵਿੱਚ ਪਾਓ, ਸਰੀਰ ਦੇ ਅੰਦਰ ਉਹਦੀ ਜੋਤ ਲੱਭਣੀ ਹੈ ਤਾਂ ਸਰੀਰ ਨੂੰ ਚਾਟੀ ਬਣਾ ਲਓ ਅਤੇ ਮਨ ਨੂੰ ਭਟਕਣਾ ਤੋਂ ਬਚਾਈ ਰੱਖੋ, ਇਹ ਮਧਾਣੀ ਬਣਾ ਲਓ। ਚਾਟੀ ਹੋਵੇ, ਮਧਾਣੀ ਹੋਵੇ ਨਾ, ਮੱਖਣ ਤੇ ਕਦੀ ਨਹੀਂ ਨਿਕਲਣਾ। ਇਸ ਕਰਕੇ ਮਧਾਣੀ ਮਨ ਨੂੰ ਬਣਾ ਲਓ। ਤਾਂ ਮਨ ਤਾਂ ਸਾਡਾ ਬਾਣੀ 'ਚ ਹੁੰਦਾ ਨਹੀਂ, ਮਨ ਤਾਂ ਪਾਠ ਵਿੱਚ ਹੁੰਦਾ ਨਹੀਂ, ਮਧਾਣੀ ਤਾਂ ਚਾਟੀ 'ਚ ਹੈ ਨਹੀਂ, ਕਿਵੇਂ ਰੜਕਾਂਗੇ? ਕਬੀਰ ਸਾਹਿਬ ਬੜੀ ਡੂੰਘੀਆਂ ਗੱਲਾਂ ਕਰ ਰਹੇ ਹਨ। ਕਹਿੰਦੇ ਤਨ ਕਰ ਮਟਕੀ, ਇਸ ਸਰੀਰ ਨੂੰ ਚਾਟੀ ਬਣਾਓ। ਚਾਟੀ ਕਿਉਂ ਬਣਾਉਣਾ? ਕਿਉਂਕਿ ਜਿਵੇਂ ਚਾਟੀ ਦੇ ਅੰਦਰ ਅਸੀਂ ਦਹੀਂ ਪਾਉਂਦੇ ਹਾਂ ਅਤੇ ਉਸ ਦੇ ਵਿੱਚੋਂ ਅਸੀਂ ਜੋਤ ਲੱਭਣੀ ਹੈ। ਜੋਤ ਕੀ ਹੈ? ਮੱਖਣ ਹੈ। ਉਹ ਦਿਖਾਈ ਥੋੜ੍ਹੀ ਦਿੰਦੀ ਹੈ। ਜਦੋਂ ਗੁਰੂ ਨਾਨਕ ਪਾਤਸ਼ਾਹ ਮੱਕੇ ਮਦੀਨੇ ਵੱਲ ਗਏ ਤਾਂ ਦਸਤਗੀਰ ਪੀਰ ਉੱਥੇ ਮਿਲਿਆ। ਗੁਰੂ ਨਾਨਕ ਪਾਤਸ਼ਾਹ ਜੀ ਨੂੰ ਗੱਲ ਕੀਤੀ ਵੀ ਰੱਬ ਹੈ ਤਾਂ ਦਿਖਾਓ, ਨਹੀਂ ਹੈ ਤਾਂ ਮਨਾ ਕਰੋ। ਕਹਿੰਦੇ ਇਹ ਰੱਬ ਵਾਲਾ ਟੰਟਾ ਹੀ ਖਤਮ ਹੋਵੇ। ਅਤੇ ਗੁਰੂ ਨਾਨਕ ਪਾਤਸ਼ਾਹ ਹੱਸ ਕੇ ਕਹਿਣ ਲੱਗੇ, ਕਹਿੰਦੇ ਕਿ ਕੰਮ ਕਰੋ, ਤੁਸੀਂ ਤਾਂ ਦਸਤਗੀਰ ਪੀਰ ਬੜੇ ਪਹੁੰਚੇ ਹੋਏ ਹੋ ਔਰ ਤੁਸੀਂ ਪੁੱਛਦੇ ਹੋ ਕਿ ਰੱਬ ਹੈ ਕਿ ਨਹੀਂ ਹੈ, ਅੱਲਾਹ ਤਾਲਾ ਹੈ ਕਿ ਨਹੀਂ ਹੈ। ਪਿਆਰ ਵਾਲਿਓ, ਸੱਚ ਜਾਣਨਾ ਉਸ ਵੇਲੇ ਗੁਰੂ ਨਾਨਕ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਕਿ ਦਸਤਗੀਰ ਪੀਰ ਦੁੱਧ ਲੈ ਕੇ ਆਓ। ਦੁੱਧ ਲਿਆਂਦਾ। ਕਥਾ ਤਾਂ ਬਹੁਤ ਲੰਬੀ ਹੈ, ਮੈਂ ਥੋੜ੍ਹੀ ਛੋਟੀ ਕਿਉਂਕਿ ਸਮਾਂ ਇਜਾਜ਼ਤ ਨਹੀਂ ਦਿੰਦਾ ਕੋਈ ਸ਼ਬਦ ਸਾਰਾ ਪੂਰਾ ਕਰਨਾ ਆਪਾਂ। ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਵੀ ਦਸਤਗੀਰ ਪੀਰ ਸੁਣਿਆ ਕਿ ਇਸ ਦੁੱਧ ਦੇ ਵਿੱਚ ਮੱਖਣ ਹੈ। ਕਹਿੰਦੇ ਹਾਂ ਜੀ ਹੈ। ਸੁਣਿਆ ਕਿ ਉਹ ਹੈ ਮੱਖਣ। ਬਾਬਾ ਨਾਨਕ ਜੀ ਨੇ ਕਿਹਾ ਵੀ ਸਾਨੂੰ ਤਾਂ ਦਿਖਾਈ ਨਹੀਂ ਦੇ ਰਿਹਾ। ਹੁਣ ਦੁੱਧ ਤੁਹਾਡੇ ਸਾਹਮਣੇ ਕੋਈ ਰੱਖੇ ਅਤੇ ਮੱਖਣ ਤਾਂ ਹੈ ਨਹੀਂ। ਇੱਦਾਂ ਮੱਖਣ ਵਾਸਤੇ ਤਾਂ ਪਿੱਛੇ ਬੜਾ ਲੌਜਿਕ ਹੈ ਨਾ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਇਸ ਦੇ ਵਿੱਚ ਮੱਖਣ ਹੈ। ਕਹਿੰਦੇ ਹਾਂ ਜੀ ਬਿਲਕੁਲ ਮੱਖਣ ਹੈ। ਮਹਾਰਾਜ ਕਹਿੰਦੇ ਸਾਨੂੰ ਦਿਖਾਈ ਨਹੀਂ ਦੇ ਰਿਹਾ। ਮਹਾਰਾਜ ਨੂੰ ਕਹਿੰਦਾ ਦਸਤਗੀਰ ਪੀਰ ਇਸ ਤਰ੍ਹਾਂ ਦਿਖਾਈ ਨਹੀਂ ਦੇਣਾ। ਮਹਾਰਾਜ ਕਹਿੰਦੇ ਫਿਰ ਕਿਵੇਂ ਦਿਖਾਈ ਦੇਣਾ? ਆਖਣ ਲੱਗੇ ਪਹਿਲਾਂ ਨੂੰ ਗਰਮ ਕਰੋ, ਜਾਗ ਲਾਓ, ਦਹੀਂ ਬਣੇਗਾ, ਫਿਰ ਉਸ ਤੋਂ ਬਾਅਦ ਰਿੜਕਾਂਗੇ, ਰਿੜਕਣ ਤੋਂ ਬਾਅਦ ਫਿਰ ਮੱਖਣ ਦੀ ਪ੍ਰਾਪਤੀ ਹੋਏਗੀ। ਅਤੇ ਮਹਾਰਾਜ ਕਹਿਣ ਲੱਗੇ ਇੱਕ ਗੱਲ ਤੇ ਤੂੰ ਮੰਨ ਗਿਆ, ਜੋ ਵੀ ਕੁਛ ਉਹਨੂੰ ਦੇਖਣ ਵਾਸਤੇ ਉੱਦਮ ਕਰਨਾ ਪੈਂਦਾ ਹੈ। ਇੱਕ ਵਾਰੀ ਉਚਾਰਨ ਕਰੋ ਸਤਿਨਾਮ। ਅਤੇ ਰੱਬ ਦੀ ਪ੍ਰਾਪਤੀ ਵਾਸਤੇ ਤੇਰਾ ਉੱਦਮ ਵੀ ਕੋਈ ਨਹੀਂ। ਔਰ ਤੂੰ ਅੱਲਾਹ ਤਾਲਾ ਨੂੰ ਦੇਖਣਾ ਚਾਹੁੰਦਾ ਔਰ ਪੁੱਛਣਾ ਚਾਹੁੰਦਾ ਰੱਬ ਹੈ ਕਿ ਨਹੀਂ ਹੈ। ਉੱਦਮ ਕੋਈ ਨਹੀਂ ਹੈ। ਉੱਦਮ ਕੀ ਕਰਨਾ? ਉੱਦਮ ਦੱਸ ਰਹੇ ਨੇ ਕਬੀਰ ਸਾਹਿਬ, ਕਹਿੰਦੇ ਤਨ ਕਰ ਮਟਕੀ, ਆਪਣੇ ਇਸ ਸਰੀਰ ਨੂੰ ਚਾਟੀ ਬਣਾ ਲਓ। ਅਤੇ
ਸਰੀਰ ਦੇ ਅੰਦਰੋਂ ਦੀ ਜੋਤ ਲੱਭਣੀ ਹੈ ਤਾਂ ਮਨ ਨੂੰ ਭਟਕਣਾ ਤੋਂ ਬਚਾਈ ਰੱਖੋ। ਇਹ ਮਧਾਣੀ ਬਣਾ ਲਓ ਵੀ ਮਨ ਭਟਕੇ ਨਾ, ਟਿਕਾ ਕੇ ਰੱਖੋ ਅੰਦਰ। ਤੇ ਨਾਲ ਕਹਿਣ ਲੱਗੇ, ਕਹਿੰਦੇ ਇਸ ਮਟਕੀ ਮੈਂ ਸ਼ਬਦ ਸੰਜੋਈ। ਇਸ ਸਰੀਰ ਰੂਪੀ ਚਾਟੀ ਵਿੱਚ ਸਤਿਗੁਰੂ ਦੇ ਸ਼ਬਦ ਦੀ ਜਾਗ ਲਾਓ, ਸ਼ਬਦ ਰੂਪੀ ਜਾਗ। ਜਿਵੇਂ ਅਸੀਂ ਦੇਖਦੇ ਹਾਂ ਜਾਗ ਲੱਗ ਜਾਂਦੀ ਹੈ, ਦੁੱਧ ਦਹੀਂ 'ਚ ਤਬਦੀਲ ਹੋ ਜਾਂਦਾ ਹੈ। ਤੁਸੀਂ ਦੁੱਧ ਨੂੰ ਪੂਰਾ ਦਿਨ ਰਿੜਕੀ ਜਾਓ, ਮੱਖਣ ਪ੍ਰਾਪਤ ਨਹੀਂ ਹੋਣਾ। ਦਹੀਂ ਨੂੰ ਦੁੱਧ ਨੂੰ ਗਰਮ ਕਰਕੇ, ਗਰਮ ਕਰਨ ਤੋਂ ਬਾਅਦ ਫਿਰ ਜਾਗ ਲਾ ਕੇ, ਜਾਗ ਲਾਉਣ ਤੋਂ ਬਾਅਦ ਕਿਤੇ ਮੱਖਣ ਦੀ ਗੱਲ ਚੱਲਦੀ ਹੈ। ਔਰ ਤੁਸੀਂ ਸਵੇਰੇ ਤੋਂ ਸ਼ਾਮ ਤੱਕ ਦੁੱਧ ਵੀ ਇੱਦਾਂ ਰਿੜਕੀ ਜਾਓ ਨਾ, ਬਿਨਾਂ ਗਰਮ ਕੀਤਿਆਂ, ਮੱਖਣ ਥੋੜ੍ਹੀ ਮਿਲਣਾ ਉਹਦੇ ਵਿੱਚੋਂ, ਨਹੀਂ ਪ੍ਰਾਪਤ ਹੋਣਾ। ਗੁਰੂ ਸਾਹਿਬ ਕਹਿੰਦੇ ਨੇ, ਮੰਨ ਲਿਆ ਵੀ ਤੁਹਾਡੇ ਕੋਲ ਸਰੀਰ ਰੂਪੀ ਚਾਟੀ ਹੈ, ਤੁਸੀਂ ਮਨ ਨੂੰ ਮਧਾਣੀ ਵੀ ਬਣਾ ਲਿਆ, ਪਰ ਸਤਿਗੁਰੂ ਦੇ ਸ਼ਬਦ ਦੀ ਜਾਗ ਨਹੀਂ ਪਾਈ ਮਨ 'ਚ, ਉਸ ਚਾਟੀ ਦੇ ਅੰਦਰ, ਦੁੱਧ ਦੇ ਵਿੱਚ, ਤਾਂ ਉਹਨੇ ਜਾਗ ਲੱਗਣੀ ਨਹੀਂ, ਉਸਨੇ ਦਹੀਂ ਬਣਨਾ ਨਹੀਂ ਅਤੇ ਉਹਦੇ ਵਿੱਚੋਂ ਮੱਖਣ ਮਿਲਣਾ ਨਹੀਂ। ਇਸ ਕਰਕੇ ਸ਼ਬਦ ਦੀ ਜਾਗ ਲਗਾਓ। ਆਖਣ ਲੱਗੇ, ਇਸ ਮਟਕੀ ਮੈਂ ਸ਼ਬਦ ਸੰਜੋਈ। ਸੰਜੋਈ ਦਾ ਅਰਥ ਹੁੰਦਾ ਜਾਗ, ਜੋ ਦੁੱਧ ਨੂੰ ਦਹੀਂ ਬਣਾਉਣ ਵਾਸਤੇ ਲਾਈ ਦੀ, ਉਹਨੂੰ ਕਹਿੰਦੇ ਨੇ ਜਾਗ, ਸੰਜੋਈ। ਇਹਦੇ ਸੰਜੋਈ ਲਾਓ। ਸੰਜੋਈ ਦਾ ਅਰਥ ਹੈ ਸੰਜੋਣਾ, ਉਹਦੇ ਵਿੱਚ ਸਮਾਂ ਜਾਣਾ। ਹੁਣ ਦੇਖੋ ਦੁੱਧ ਜਿਹੜਾ ਹੈ ਉਹਦੇ ਵਾਸਤੇ ਉਤਨੀ ਜਾਗ ਦੀ ਲੋੜ ਨਹੀਂ ਹੁੰਦੀ। ਸਾਨੂੰ ਜ਼ਿਆਦਾ ਗਿਆਨ ਦੀ ਲੋੜ ਨਹੀਂ। ਗੁਰੂ ਕਾ ਇੱਕ ਸ਼ਬਦ ਵੀ ਜੇ ਜੀਵਨ 'ਚ ਵਸ ਜਾਏ ਤੇ ਮਰ ਕਹਿੰਦੇ, ਕਿਨਕਾ ਇੱਕ ਜਿਸ ਜੀ ਵਸਾਵੇ ਤਾਂ ਕਿ ਮਹਿਮਾ ਗਣੀ ਨਾ ਆਵੇ। ਕਿਨਕਾ ਜਾਗ ਹੈ ਸ਼ਬਦ ਰੂਪੀ, ਪਰ ਕਿਣਕਾ ਦੇ ਜਾਗ ਹੀ ਨਾ ਲਾਈਏ ਤੇ ਉਹ ਦੁੱਧ ਕਦੀ ਦਹੀਂ ਵਿੱਚ ਤਬਦੀਲ ਨਹੀਂ ਹੋ ਸਕਦਾ। ਕਿਣਕਾ ਹੀ ਵਸਾ ਲਈਏ ਬਸ। ਜੱਫਾ ਤਾਂ ਇੱਦਾਂ ਪਾਈ ਫਿਰਦੇ, ਮੈਂ 5 ਪਾਠ ਕਰਦਾ, ਕੋਈ ਕਹਿੰਦਾ ਮੈਂ ਇਤਨੇ ਪਾਠ ਕਰਦਾ। ਕਿਣਕਾ ਵੀ ਵਸਾਏ ਨੇ ਗੁਰੂ ਕੇ ਸ਼ਬਦ ਦਾ, ਜਾਗ ਲਾਈ ਨਹੀਂ ਹੈ। ਬਸ ਅਹੰਕਾਰ ਕਰੀ ਜਾ ਰਹੇ ਹਾਂ, ਇਤਨੇ ਪਾਠ ਕਰਦਾ ਹਾਂ, ਮਨ ਸ਼ਾਂਤ ਨਹੀਂ ਹੈ, ਬੜਾ ਪਰੇਸ਼ਾਨ ਹੈ, ਕੁੜਦਾ ਰਹਿੰਦਾ। ਬੜੇ ਲੋਕ ਨੇ ਆ ਕੇ ਜਿਹੜੇ ਮੈਨੂੰ ਗੱਲਾਂ ਕਰਦੇ ਨੇ। ਸਭ ਕੁਛ ਹੈ, ਖਾਣ ਨੂੰ ਵੀ ਹੈ, ਪਾਣ ਨੂੰ ਵੀ ਹੈ, ਘਰ ਵੀ ਹੈ, ਸਾਰਾ ਕੁਛ ਹੈ। ਕਿਉਂ? ਸਮਝਣ ਦੀ ਗੱਲ ਹੈ। ਕਿਉਂ? ਕਿਉਂਕਿ ਅਸੀਂ ਕਿਨਕਾ ਮਾਤਰ ਵੀ ਗੁਰੂ ਕਾ ਗਿਆਨ, ਗੁਰੂ ਕੀ ਸਮਝ, ਬਾਣੀ ਤਾਂ ਪੜ੍ਹ ਲਈ, ਪਰ ਉਸਦੇ ਅੰਦਰ ਜਿਹੜਾ ਅੰਤਰੀਵ ਛੁਪਿਆ ਹੋਇਆ, ਲੁਕਿਆ ਹੋਇਆ ਗਿਆਨ ਸੀ, ਉਹਨੂੰ ਆਪਣੇ ਧੁਰ ਦੇ ਵਿੱਚ ਲੈ ਕੇ ਨਹੀਂ ਗਏ, ਆਪਣੇ ਦਿਲ ਦਿਮਾਗ 'ਚ ਲੈ ਕੇ ਨਹੀਂ ਗਏ, ਗੱਲ ਬਣੀ ਨਹੀਂ। ਇਸ ਕਰਕੇ ਸਤਿਗੁਰ ਕਹਿੰਦੇ ਕਿ ਇਸ ਸ਼ਬਦ ਰੂਪੀ ਜਾਗ ਲਾ। ਫਿਰ ਕੀ ਹੋਏਗਾ? ਜੋ ਸਿਮਰਨ ਰੂਪ ਦੁੱਧ ਵਿੱਚੋਂ, ਸਿਮਰਨ ਕੀ ਹੈ? ਦੁੱਧ ਹੈ। ਸਿਮਰਨ ਰੂਪੀ ਦੁੱਧ ਵਿੱਚੋਂ ਪ੍ਰਭੂ ਮਿਲਾਪ ਦਾ ਤੱਤ ਕੱਢਣ ਵਿੱਚ ਸਹਾਇਤਾ ਕਰੇਗੀ। ਜੇ ਸ਼ਬਦ ਰੂਪੀ ਜਾਗ ਲੱਗੇਗੀ, ਸਿਮਰਨ ਰੂਪੀ ਦੁੱਧ ਹੈ, ਉਹਦੇ ਵਿੱਚੋਂ ਪ੍ਰਭੂ ਮਿਲਾਪ ਦਾ ਤੱਤ ਕੱਢਣ ਵਿੱਚ ਸਹਾਇਤਾ ਹੋਏਗੀ। ਪ੍ਰਭੂ ਦਾ ਮਿਲਾਪ ਇਹੀ ਤੱਤ ਹੈ। ਸਿਮਰਨ ਕਰਨ ਦਾ ਲਾਭ ਤਾਂ ਹੈ ਜੇ ਪ੍ਰਭੂ ਦਾ ਮਿਲਾਪ, ਪ੍ਰਭੂ ਦਾ ਅਨੁਭਵ ਸਾਡੇ ਅੰਦਰ ਪ੍ਰਗਟ ਹੋਵੇ, ਸਾਨੂੰ ਉਹ ਲੱਗੇ ਕਿ ਹਾਂ ਵਾਕਈ ਤੂੰ ਸੱਚੇ ਪਾਤਸ਼ਾਹ ਅੰਗ ਸੰਗ ਹੈ। ਸਾਡੇ ਅਨੁਭਵ ਵਿੱਚ ਇਹ ਗੱਲ ਆਏ, ਅਸੀਂ ਕਹਿ ਸਕੀਏ ਮਹਾਰਾਜ ਜਿੱਥੇ ਹਰ ਆਰਾਧੀਏ ਤਿੱਥੇ ਹਰ ਮਿਤ ਸਾਈ। ਜਿੱਥੇ ਮੈਂ ਆਰਾਧਨਾ ਹਾਂ ਤਾਂ ਉੱਥੇ ਸਹਾਇਤਾ ਕਰਦਾ। ਐਡਾ ਵਿਸ਼ਵਾਸ ਹੋ ਜਾਣਾ ਆਪਣੇ ਸਤਿਗੁਰ ਦੇ ਉੱਤੇ, ਐਡਾ ਭਰੋਸਾ ਕਰ ਲੈਣਾ ਸਤਿਗੁਰ ਦੇ ਉੱਤੇ। ਫਿਰ ਮਹਾਰਾਜ ਕਹਿੰਦੇ, ਹਰ ਕਾ ਬਿਲੋਭ ਨਾ ਮਨ ਕਾ ਵਿਚਾਰਾ, ਗੁਰ ਪ੍ਰਸਾਦ ਪਾਵੇ ਅੰਮ੍ਰਿਤ ਧਾਰਾ। ਜੋ ਮਨੁੱਖ ਆਪਣੇ ਮਨ ਵਿੱਚ ਪ੍ਰਭੂ ਦੀ ਯਾਦ ਰੂਪ ਰਿੜਕਣ ਦਾ ਆਹਰ ਕਰਦਾ ਹੈ, ਹਰ ਕਾ ਬਿਲੋਭ ਨਾ ਮਨ ਕਾ ਵਿਚਾਰਾ, ਜੋ ਆਪਣੇ ਮਨ ਵਿੱਚ ਪ੍ਰਭੂ ਦੀ ਯਾਦ ਰੂਪ ਰਿੜਕਣ ਦਾ ਆਹਰ ਕਰਦਾ ਹੈ, ਉਦਮ ਕਰਦਾ ਹੈ, ਪਰ ਉਹ ਵਾਲਾ ਆਹਰ ਤਾਂ ਅਸੀਂ ਕਰ ਨਹੀਂ ਰਹੇ। ਮਰ ਕਹਿੰਦੇ, ਆਹਾਰ ਸਭ ਕਰਦਾ ਫਿਰੈ, ਆਹਾਰ ਇੱਕ ਨਾ ਹੋਏ। ਸਾਰਾ ਸੰਸਾਰ ਆਹਾਰ ਦਾ ਅਰਥ ਭੋਜਨ ਕਰਦਾ ਫਿਰਦਾ ਹੈ, ਕਿਸੇ ਆਹਾਰ ਵਿੱਚ ਉਦਮ 'ਚ ਲੱਗਿਆ ਹੋਇਆ ਹੈ। ਆਹਾਰ ਸਭ ਕਰਦਾ ਫਿਰੈ, ਆਹਾਰ ਇੱਕ ਨਾ ਹੋਏ। ਜਿਤ ਆਹਾਰ ਜਗ ਉਧਰੈ, ਵਿਰਲਾ ਬੁਝੈ ਕੋਈ। ਜਿਸ ਆਹਾਰ ਦੇ ਵਿੱਚ ਲੱਗ ਕੇ ਜਗ ਦਾ ਉਧਾਰ ਹੋਣਾ, ਕੋਈ ਵਿਰਲਾ ਵਿਰਲਾ ਬੁਝਦਾ ਉਹਨੂੰ। ਜਿਸ ਉਦਮ ਦੇ ਨਾਲ ਜੀਵਨ ਸਫਲਾ ਹੋਣਾ। ਇਸ ਕਰਕੇ ਮਹਾਰਾਜ ਕਹਿੰਦੇ ਨੇ ਕਿ ਆਪਣੇ ਮਨ ਵਿੱਚ ਤੇ ਉਸਦੇ ਯਾਦ ਰੂਪੀ ਰਿੜਕਣ ਦਾ ਆਹਾਰ ਕਰ। ਫਿਰ ਕੀ ਹੋਏ? ਗੁਰ ਪ੍ਰਸਾਦ ਪਾਵੇ ਅੰਮ੍ਰਿਤ ਧਾਰਾ। ਗੁਰੂ ਦੀ ਕਿਰਪਾ ਨਾਲ ਹਰ ਨਾਮ ਰੂਪੀ ਅੰਮ੍ਰਿਤ ਦਾ ਸੋਮਾ ਪ੍ਰਾਪਤ ਹੋਵੇਗਾ। ਫਿਰ ਤਾਂ ਚਿਮ ਚਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ। ਬਾਣੀ ਉਚਰੈ ਸਾਧ ਜਨ ਅੰਮ੍ਰਿਉ ਚੱਲੈ ਝਰਨੇ। ਬਾਣੀ ਜਿਵੇਂ ਉਚਾਰਾਂਗੇ, ਅੰਮ੍ਰਿਤ ਦੇ ਝਰਨੇ ਅੰਦਰ ਚੋਣਗੇ, ਆਨੰਦ ਹੀ ਆਨੰਦ ਆਏਗਾ। ਜਿਹੜਾ ਅੱਜ ਕਹਿ ਰਹੇ ਨਾ ਵੀ ਬਾਣੀ ਪੜ੍ਹ ਕੇ ਆਨੰਦ ਨਹੀਂ ਆ ਰਿਹਾ, ਬਾਣੀ ਤਾਂ ਹੈ ਹੀ ਆਨੰਦ ਹੈ।
ਇਹ ਤਾਂ ਐਸਾ ਮਿੱਠਾ ਫਲ ਹੈ, ਜਿਸ ਮਰਜ਼ੀ ਪਾਸੋਂ ਚੱਕ ਲਓ, ਜਿਹੜੀ ਮਰਜ਼ੀ ਬਾਣੀ ਪੜ੍ਹ ਲਓ, ਸਾਰੇ 'ਚ ਆਨੰਦ ਹੈ। ਅਤੇ ਅਸੀਂ ਭੁਲੇਖੇ ਚਾਹੇ ਅਸੀਂ ਤਾਂ ਦੁੱਖ ਭੰਜਨੀ ਪੜ੍ਹਨਾ ਜੀ, ਕੋਈ ਕਹਿੰਦਾ ਮੈਂ ਸੁਖਮਨਾ ਪੜ੍ਹਨਾ, ਕੋਈ ਕਿਸੇ ਹੋਰ ਪਾਸੇ ਤੁਰਿਆ ਫਿਰਦਾ, ਜਪਜੀ ਸਾਹਿਬ ਛੱਡ ਕੇ ਬੈਠਾ ਹੋਇਆ, ਸੁਖਮਨੀ ਸਾਹਿਬ ਛੱਡ ਕੇ ਬੈਠਾ ਹੋਇਆ, ਆਪਣੀ ਜਿਹੜੀ ਬਣਾਈਆਂ ਲੋਕਾਂ ਦੀਆਂ ਬਾਣੀਆਂ ਉਹਨਾਂ ਦੇ ਵਿੱਚ ਹੀ ਰੁੱਝਿਆ ਹੋਇਆ ਵੀ ਮੈਂ ਤਾਂ ਦੁੱਖ ਭੰਜਨੀ ਬਾਣੀ ਪੜ੍ਹਦਾ। ਮੈਂ ਇੱਕ ਨੂੰ ਪੁੱਛਿਆ ਵੀ ਦੁੱਖ ਭੰਜਨੀ ਹੈ ਕਿੱਥੇ? ਗੁਰੂ ਸਾਹਿਬ ਨੇ ਤਾਂ ਕੋਈ ਸਿਰਲੇਖ ਦਿੱਤਾ ਨਹੀਂ। ਸਾਡੇ ਵਰਗਿਆਂ ਨੇ ਡੇਰੇ ਚਲਾਉਣ ਵਾਸਤੇ ਉਹਨੇ ਸਿਰਲੇਖ ਦਿੱਤੇ, ਲੋਕਾਂ ਨੂੰ ਗੁੰਮਰਾਹ ਕਰਨ ਵਾਸਤੇ ਸਿਰਲੇਖ ਦਿੱਤੇ। ਔਰ ਅੱਜ ਤੁਸੀਂ ਵੇਖੋ ਕਿ ਸਭ ਤੋਂ ਵੱਧ ਬਾਣੀ ਦੁੱਖ ਭੰਜਨੀ, ਸੁਖਮਨਾ ਬਾਣੀ, ਇੱਦਾਂ ਦੀ ਬਾਣੀਆਂ ਲੋਕ ਸੁਣ ਰਹੇ ਨੇ। ਫਿਰ ਅੱਜ ਜੋ ਸਮਾਜ ਦਾ ਜੋ ਅਸੀਂ ਨੇਚਰ ਦੇਖ ਰਹੇ ਹਾਂ ਉਹ ਇਹ ਹੈ ਕਿ ਲਿਖ ਦਿਓ ਵੀ ਇਹ ਸ਼ਬਦ ਸੁਣੋ, ਅੱਜ ਤੁਹਾਡੇ ਸਾਰੇ ਕੰਮ ਬਣ ਜਾਣਗੇ। ਉਹ ਸ਼ਬਦ ਸੁਣ ਲੈਣਾ। ਜੇ ਕਹੋ ਵੀ ਇਹ ਸ਼ਬਦ ਸੁਣੋ, ਤੁਹਾਨੂੰ ਜੀਵਨ ਜੀਣ ਦੀ ਜਾਂਚ ਆ ਜਾਏਗੀ, ਇੱਕ ਬੰਦਾ ਨਹੀਂ ਸੁਣੇਗਾ। ਅੱਜ YouTube ਭਰਿਆ ਪਿਆ ਇਸ ਚੀਜ਼ ਤੋਂ, ਸ਼ਬਦ, ਇਹ ਸ਼ਬਦ ਪੜ੍ਹੋ, ਘਰ ਦੀ ਗਰੀਬੀ ਅੱਜ ਹੀ ਖਤਮ ਹੋ ਜਾਏਗੀ, ਤਤਕਾਲ ਹੁਣੇ ਹੀ। ਗੁਰੂ ਨਾਨਕ ਨੇ ਕਿਤੇ ਐਸਾ ਕਿਹਾ ਸੀ ਵੀ ਸ਼ਬਦ ਪੜ੍ਹੋਗੇ ਅੱਜ ਹੀ ਗਰੀਬੀ ਖਤਮ ਹੋ ਜਾਏਗੀ? ਪਰ ਅਸੀਂ ਲੋਕਾਂ ਨੂੰ ਕਿਤਨਾ ਗੁੰਮਰਾਹ ਕਰ ਰਹੇ। ਇਸ ਬਾਣੀ, ਜਿਸ ਬਾਣੀ ਨੇ ਜੀਵਨ ਆਜ ਦੇਣੀ ਸੀ, ਜਿਸ ਬਾਣੀ ਨੇ ਸਾਨੂੰ ਜੀਣਾ ਸਿਖਾਉਣਾ ਸੀ, ਜਿਸ ਬਾਣੀ ਨੇ ਸਾਨੂੰ ਉਦਮੀ ਬਣਾਉਣਾ ਸੀ, ਅਸੀਂ ਸੋਚਦੇ ਵੀ ਕੋਈ ਫੂਕ ਮਾਰ ਦੇਵੇ, ਕੋਈ ਬਸ ਮੰਤਰ ਪੜ੍ਹ ਦੇਵੇ, ਬਸ ਅੱਜ ਹੀ ਕਿਰਪਾ ਹੋ ਜਾਏ। ਜੀਵਨ ਸਹਿਜ ਸੰਜਮ, ਇਹੀ ਗੁਰੂ ਸਾਹਿਬ ਦੀ ਬਾਣੀ ਸਾਨੂੰ ਸਿਖਾ ਰਹੀ ਹੈ। ਸ਼ਬਦ ਕਹਿ ਰਿਹਾ ਕਿ ਜਿਵੇਂ ਜਿਵੇਂ ਸਤਿਗੁਰੂ ਦੀ ਕਿਰਪਾ ਨਾਲ ਹਰ ਨਾਮ ਰੂਪੀ ਅੰਮ੍ਰਿਤ ਦਾ ਸੋਮਾ ਤੈਨੂੰ ਪ੍ਰਾਪਤ ਹੋ ਜਾਏਗਾ, ਗੁਰ ਪ੍ਰਸਾਦ ਪਾਵੇਂ ਅੰਮ੍ਰਿਤ ਧਾਰਾ, ਅਤੇ ਅੰਮ੍ਰਿਤ ਦਾ ਸੋਮਾ, ਅੰਮ੍ਰਿਤ ਦੀ ਧਾਰਾ ਤੈਨੂੰ ਪ੍ਰਾਪਤ ਹੋ ਜਾਏਗੀ। ਅਤੇ ਕਹੋ ਕਬੀਰ ਨਦਰ ਕਰੇ ਜੇ ਮੇਰਾ, ਪਰ ਕਦੋਂ ਹੋਏਗੀ ਪ੍ਰਾਪਤੀ? ਹੇ ਕਬੀਰ ਆਖ, ਅਸਲ ਗੱਲ ਇਹ ਹੈ ਕਿ ਜਿਸ ਮਨੁੱਖ ਉੱਤੇ ਪਾਤਸ਼ਾਹ ਆਪਣੀ ਨਦਰ ਕਰਦਾ ਹੈ, ਮੇਰਾ ਦਾ ਅਰਥ ਹੈ ਪਾਤਸ਼ਾਹ, ਉਹ ਅਕਾਲ ਪੁਰਖ ਵਾਹਿਗੁਰੂ। ਆਖਣ ਲੱਗੇ ਜਿਹਦੇ ਉੱਤੇ ਉਹ ਪਾਤਸ਼ਾਹ ਕਿਰਪਾ ਕਰਦਾ ਹੈ। ਦੋ ਅੱਖਰ ਤੁਸੀਂ ਦੇਖਦੇ ਹੋ ਨਾ, ਮੀਰੀ ਅਤੇ ਪੀਰੀ, ਮੀਰ ਅਤੇ ਪੀਰ ਵਿੱਚੋਂ ਬਣੇ ਹੋਏ ਨੇ। ਮੀਰ ਪਾਤਸ਼ਾਹ, ਪੀਰ ਗੁਰੂ। ਮੀਰੀ ਪੀਰੀ ਬਣੀ ਹੈ ਨਾ। ਮੀਰ ਦਾ ਅਰਥ ਹੁੰਦਾ ਪਾਤਸ਼ਾਹ, ਦੁਨਿਆਵੀ ਬਾਦਸ਼ਾਹ, ਅਤੇ ਪੀਰ ਜਿਹੜਾ ਹੁੰਦਾ ਉਹ ਰੂਹਾਨੀ ਬਾਦਸ਼ਾਹ ਹੁੰਦਾ। ਸਾਨੂੰ ਅਜੇ ਵੀ ਇਹ ਅੱਖਰ ਉੱਥੋਂ ਆਏ ਨੇ, ਮੀਰ ਅਤੇ ਪੀਰ ਵਿੱਚੋਂ ਆਏ ਨੇ, ਮੀਰੀ ਅਤੇ ਪੀਰੀ। ਮੀਰ ਕਹਿੰਦੇ ਨੇ ਦੁਨਿਆਵੀ ਬਾਦਸ਼ਾਹ, ਐਸੇ ਕਰਕੇ ਇੱਥੇ ਮੀਰਾ ਅੱਖਰ ਦਾ ਅਰਥ ਕੀ ਹੋਇਆ? ਪਾਤਸ਼ਾਹ। ਵੀ ਅਕਾਲ ਪੁਰਖ ਵਾਹਿਗੁਰੂ ਜੇ ਕਿਰਪਾ ਕਰੇ ਨਾ, ਕਬੀਰ ਸਾਹਿਬ ਕਹਿੰਦੇ ਨੇ ਵਾਹਿਗੁਰੂ ਜੀ ਜੇ ਕਿਰਪਾ ਕਰਨ, ਜਿਸ ਮਨੁੱਖ ਦੇ ਉੱਤੇ ਮਿਹਰ ਕਰਦਾ ਅਕਾਲ ਪੁਰਖ, ਕਹੋ ਕਬੀਰ ਨਦਰ ਕਰੇ ਜੇ ਮੇਰਾ। ਕਬੀਰ ਆਖ, ਅਸਲ ਗੱਲ ਇਹ ਹੈ ਜਿਸ ਮਨੁੱਖ ਦੇ ਉੱਤੇ ਅਕਾਲ ਪੁਰਖ ਵਾਹਿਗੁਰੂ, ਉਹ ਜਿਹੜਾ ਪਾਤਸ਼ਾਹ ਹੈ, ਉਹ ਕਿਰਪਾ ਕਰਦਾ ਹੈ। ਰਾਮ ਨਾਮ ਲਗ ਉਤਰੇ ਤੀਰਾ, ਉਹ ਪਰਮਾਤਮਾ ਦਾ ਨਾਮ ਸਿਮਰ ਕੇ ਨਾ ਇਸ ਸੰਸਾਰ ਸਮੁੰਦਰ ਦੇ ਪੱਲੇ ਕੰਢੇ ਜਾ ਸਕਦਾ ਹੈ, ਪਾਰ ਹੋ ਸਕਦਾ ਹੈ, ਜਿਹਦੇ ਉੱਤੇ ਅਕਾਲ ਪੁਰਖ ਵਾਹਿਗੁਰੂ ਕਿਰਪਾ ਕਰਦਾ ਹੈ। ਇਸ ਕਰਕੇ ਇੱਕ ਗੱਲ ਤਾਂ ਇਹ ਸਮਝੀਏ ਸ਼ਬਦ ਦੇ ਰਾਹੀਂ ਕਿ ਪਹਿਲੀ ਗੱਲ ਤਾਂ ਸਹਿਜ ਸਹਿਜ ਬਾਣੀ ਪੜ੍ਹੀਏ, ਟਿਕ ਕੇ ਬਾਣੀ ਪੜ੍ਹੀਏ, ਵਿਚਾਰ ਵਿਚਾਰ ਕੇ ਬਾਣੀ ਪੜ੍ਹੀਏ, ਤਤ ਅੰਦਰ ਜਾਏ, ਜੋ ਵਿਚਾਰਧਾਰਾ ਹੈ ਉਹ ਸਾਡੇ ਜਿਹਨ 'ਚ ਚਲੇ ਨਾਲ ਨਾਲ। ਇਸ ਕਰਕੇ ਦਾਸ ਹਮੇਸ਼ਾ ਬੇਨਤੀ ਕਰਦਾ ਬਾਣੀ ਹੌਲੀ ਹੌਲੀ ਪੜ੍ਹਿਆ ਕਰੋ, ਤਾਂ ਕਿ ਬਾਣੀ ਦੀ ਜੋ ਵਿਚਾਰ ਅੰਦਰ ਸੂਖਸ਼ਮ ਰੂਪ ਵਿੱਚ ਚੱਲ ਰਹੀ ਹੁੰਦੀ ਹੈ ਉਹ ਸਾਡੀ ਸੁਰਤ ਵਿੱਚ ਜਾਂਦੀ ਰਹੇ। ਅਤੇ ਜੇ ਉਹ ਸੁਰਤ ਵਿੱਚ ਨਹੀਂ ਜਾ ਰਹੀ ਤਾਂ ਧਿਆਨ ਲੱਗਣਾ ਸੁਭਾਵਿਕ ਨਹੀਂ ਲੱਗੇਗਾ, ਧਿਆਨ ਨਾਮੁਮਕਿਨ ਹੈ ਫਿਰ। ਇਸ ਕਰਕੇ ਇੱਕ ਤਾਂ ਬਾਣੀ ਸਹਿਜ ਸਹਿਜ ਪੜ੍ਹੋ, ਪਰ ਇਹ ਦਾਵਾ ਨਹੀਂ ਵੀ ਮੈਂ ਇਤਨੀ ਬਾਣੀ ਪੜ੍ਹੀ, ਮੈਂ ਸਹਿਜ ਵਿੱਚ ਵੀ ਪੜ੍ਹੀ ਜੀ, ਕਿਰਪਾ ਤਾਂ ਹੋਈ ਨਹੀਂ। ਮਹਾਰਾਜ ਕਹਿੰਦੇ ਨੇ ਤੇਰਾ ਕੰਮ ਮਿਹਨਤ ਕਰਨਾ ਹੈ, ਰਹਿਮਤ ਉਸਦੇ ਹੱਥ ਵਿੱਚ ਹੈ। ਤੇਰਾ ਕੰਮ ਕੇਵਲ ਅਰਦਾਸ ਕਰਨਾ ਹੈ, ਅਤੇ ਬਾਕੀ ਉਹਦੀ ਇੱਛਾ ਹੈ ਕਿ ਉਹ ਕਦੋਂ ਪੂਰੀ ਕਰਦਾ। ਅਸੀਂ ਸੋਚਦੇ ਵੀ ਅਰਦਾਸ ਕੀਤੀ ਅਤੇ ਡੰਡਾ ਲੈ ਕੇ ਗੁਰੂ ਦੇ ਪਿੱਛੇ ਹੋ ਜਾਏ ਵੀ ਹੁਣੇ ਵੀ ਪੂਰੀ ਕਰ ਸਾਡੀ ਅਰਦਾਸ। ਅਸੀਂ ਅਰਦਾਸ ਕਰ ਸਕਦੇ ਹਾਂ, ਅਸੀਂ ਚਿੱਠੀ ਲਿਖ ਸਕਦੇ ਹਾਂ, ਪਰ ਉਸ ਚਿੱਠੀ ਨੂੰ ਪ੍ਰਵਾਨਗੀ ਕਦੋਂ, ਉਹ ਤਾਂ ਉਹਦੇ ਹੱਥ ਵਿੱਚ ਜਾ ਕੇ ਕਦੋਂ ਸਾਈਨ ਕਰਦਾ ਉਹ। ਅਸੀਂ ਆਪਣੇ ਵੱਲੋਂ ਭੇਜ ਦਿੱਤੀ ਹੈ, ਅਸੀਂ ਅਰਦਾਸ ਕਰ ਦਿੱਤੀ ਹੈ। ਇਸ ਕਰਕੇ ਇਹ ਸ਼ਬਦ ਦੇ ਵਿੱਚ ਬੜੇ ਡੂੰਘੇ ਲਫ਼ਜ਼ ਕਬੀਰ ਸਾਹਿਬ ਨੇ ਵਰਤੇ ਨੇ ਵੀ ਪਾਤਸ਼ਾਹ ਜੇ ਨਜ਼ਰ ਕਰ ਦੇਵੇ, ਫਿਰ ਪਰਮਾਤਮਾ ਦਾ ਨਾਮ ਕੋਈ ਸਿਮਰਨ ਲੱਗ ਪੈਂਦਾ, ਸਿਮਰ ਕੇ ਸੰਸਾਰ ਸਮੁੰਦਰ ਤੋਂ ਪਰਲੇ ਕੰਢੇ ਚਲਾ ਜਾਂਦਾ। ਪਾਓ ਇਹਨਾਂ ਸੰਸਾਰੀ ਜਿਹੜੀ ਚੀਜ਼ਾਂ ਨੇ ਜਾਂ ਸੰਸਾਰੀ ਸੁੱਖ ਦੁੱਖ ਚਿੰਤਾ ਝੋਰੇ ਨੇ, ਇਹਨਾਂ ਤੋਂ ਪਰੇ ਹੋ ਜਾਂਦਾ, ਉੱਪਰ ਹੋ ਜਾਂਦਾ। ਉਹਨੂੰ ਸਮਝ ਆ ਜਾਂਦੀ ਵੀ ਮੈਂ ਕੁਛ ਕਰ ਹੀ ਨਹੀਂ ਰਿਹਾ ਸੀ, ਨਾ ਮੈਂ ਕੀਤਾ ਹੈ। ਕਬੀਰ ਨਾ ਹਮ ਕੀਆ ਨਾ ਕਰਾਂਗੇ, ਨਾ ਕਰ ਸਕਿਆ ਸਰੀਰ, ਜੋ ਕੁਝ ਕੀਆ ਸੋ ਹਰ ਕੀਆ, ਕਹਿਤ ਕਬੀਰ ਕਬੀਰ। ਜਿਸ ਨਾਲ ਇਹ ਗੱਲ ਸਮਝ ਆ ਗਈ ਨਾ ਵੀ ਅਸੀਂ ਕੁਛ ਨਹੀਂ ਕਰ ਸਕਦੇ, ਕਰਨ ਵਾਲਾ ਅਕਾਲ ਪੁਰਖ ਵਾਹਿਗੁਰੂ ਹੈ।
ਤਾਂ ਉਸ ਦੇ ਨਾਲ ਸੱਜ ਜਾਣਾ। ਅਸੀਂ ਫਿਰ ਇਹਨਾਂ ਚੀਜ਼ਾਂ ਦੇ ਵਿੱਚੋਂ ਜਿਨ੍ਹਾਂ ਵਿੱਚੋਂ ਅਸੀਂ ਚਿੰਤਾਤੁਰ ਹੋ ਰਹੇ ਹਾਂ, ਦੁਖੀ ਹੋ ਰਹੇ ਹਾਂ, ਦੁਖੀ ਨਹੀਂ ਹੋਵਾਂਗੇ। ਸੋ ਗੁਰੂ ਪਿਆਰ ਵਾਲਿਓ, ਸਿਮਰਨ ਦਾ ਢੰਗ ਇਹੀ ਹੈ ਕਿ ਸਹਿਜ ਸਹਿਜ ਬਾਣੀ ਪੜ੍ਹੋ। ਬਾਣੀ ਦੇ ਵਿੱਚ ਰੱਬੀ ਗੁਣ ਲਿਖੇ ਹੋਏ ਨੇ। ਰੱਬੀ ਗੁਣਾਂ ਨੂੰ ਆਪਣੇ ਦਿਲ ਦਿਮਾਗ ਦੇ ਵਿੱਚ, ਆਪਣੇ ਮਨਨ ਵਿੱਚ, ਆਪਣੀ ਯਾਦ ਦੇ ਵਿੱਚ ਲੈ ਕੇ ਆਓ। ਜਿਵੇਂ ਕੋਈ ਯਾਦ ਕਰ ਲਏਗਾ, ਮਨਨ ਕਰ ਲਏਗਾ, ਫਿਰ ਕਹਿ ਸਕਾਂਗੇ ਵੀ ਇਹ ਸਿਮਰਨ ਵਿੱਚ ਲੱਗਿਆ ਹੈ। ਅਤੇ ਸਿਮਰਨ ਕਰਦਿਆਂ ਕਰਦਿਆਂ ਉਸ ਦੇ ਨਾਲ ਜਦੋਂ ਅਸੀਂ ਲਿੰਕ ਹੋਵਾਂਗੇ, ਉਹ ਮਜਬੂਰ ਹੋ ਜਾਏਗਾ ਸਾਡੇ ਉੱਤੇ ਕਿਰਪਾ ਕਰਨ ਤੋਂ। ਉਸ ਪੁੱਛੇਗਾ, ਦੱਸ ਹੁਣ ਤੈਨੂੰ ਕੀ ਚਾਹੀਦਾ ਹੈ। खुद ही को कर बुलंद इतना कि तकदीर बनाने से पहले खुदा पूछे बता तेरी रजा क्या है। दस हुण की चाहुंदा तू, तैनूं की चाहिए। भगतां ने यही कीता, गुरु साहब जी ने यही कीता। रब कहंदा सी की चाहिए दसो, उन्होंने सब कुछ ठोकरां मार दित्तियां। रब्बा कुछ नहीं चाहिए, बस तेरा नाल जो मिलाप होया ये बनिया रहे। नहीं चाहिए तन, नहीं चाहिए पदार्थ, नहीं चाहिए संसार, निरंकार चाहिए, तू चाहिए। ਇਹ ਹੈ ਇਸ ਸ਼ਬਦ ਦੀ ਜੋ ਡੂੰਘੀ ਵਿਚਾਰਧਾਰਾ ਹੈ, ਜੋ ਕਬੀਰ ਸਾਹਿਬ ਜੀ ਨੇ ਸਾਨੂੰ ਸਮਝਾਈ ਹੈ। ਸੋ ਜਿਵੇਂ ਗੁਰੂ ਸਾਹਿਬ ਜੀ ਨੇ ਦਾਸ ਕੋਲੋਂ ਵਿਚਾਰ ਕਰਾਈ, ਵਿਚਾਰਦਿਆਂ ਕਈ ਪ੍ਰਕਾਰ ਦੀਆਂ ਗਲਤੀਆਂ ਹੋ ਜਾਣੀਆਂ, ਉਹ ਮੇਰੀ ਝੋਲੀ 'ਚ ਪਾ ਦੇਣਾ। ਜੋ ਗੁਰੂ ਕੇ ਵਿਚਾਰ ਨੇ ਉਹ ਆਪਣੇ ਮਨ ਵਿੱਚ ਮਨਨ ਕਰਨਾ, ਤਾਂ ਕਿ ਇਹ ਉੱਦਮ ਕੀਤਾ ਹੋਇਆ ਸਾਡਾ ਸਾਰਿਆਂ ਦਾ ਸਕਾਰਤ ਹੋਵੇ। ਇਤਨੇ ਬਚਨ ਪ੍ਰਵਾਨ, ਅਨੰਤ ਭੁਲਾਣ ਦੀ ਖਿਮਾ, ਸਭਨਾਂ ਦਾ ਧੰਨਵਾਦ। ਫਤਿਹ ਦੀ ਸਾਂਝ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।